कि अंदोलन ते टेक रखिया ही मसलिਆਂ ਦਾ हल होना है, सानू सत्ता ते जाके मसलिਆਂ ਦਾ हल होने। फिर इन्होंने किवें भरोसा कर लिया बाई जथेबंदियां ने? पहले अहम सवाल है कि जो मोर्चा वापस आ जाता है जित के, कि मोर्चा वाकई काली नाल चक्या गया सी, अगे चोणां हैगियां ने, मोर्चा पहला चक लो, जां किसी ने कहा भी नहीं चोणां लंघन दो, या चोणां तक आपां इंतजार करने आ, जो बाकी मसले भी हैगे ने, MSP की गारंटी होगी जां लखीमपुर खरीद आ, वो भी इंसाफ लैके जाना। नहीं ਉਹਦੇ ਤੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਬੜਾ ਵਾਕਈ ਕਾਹਲ ਨਾਲ ਮੋਰਚਾ ਉੱਠਿਆ ਲੱਗਦਾ ਹੈ, ਲੱਗਦਾ ਨਹੀਂ ਉੱਠਿਆ ਹੀ ਕਾਹਲ ਨਾਲ ਹੈ। ਕਾਲੀ ਹੈ ਕਿੰਨੂ ਸੀ ਬਹੁਤ ਜ਼ਿਆਦਾ। ਸਾਡੇ ਇਹੀ ਵੀਰ ਹੁਣ ਤਾਂ ਸਪਸ਼ਟ ਹੋ ਗਿਆ, ਜਿਹੜੇ ਜ਼ਿਆਦਾ ਉੱਥੇ ਮੋਰਚੇ ਨੂੰ ਉਠਾਉਣ ਲਈ ਉਤਾਵਲੇ ਸੀ ਉਹੀ ਅੱਜ ਮਤਲਬ ਇਲੈਕਸ਼ਨਾਂ 'ਚ ਆ ਗਿਆ, ਤੇ ਇਹਦਾ ਮਤਲਬ ਇਹ ਕਲੀਅਰ ਕਰਤਾ ਕਿ ਇਹਨਾਂ ਨੂੰ ਕਾਹਲ ਇਹ ਸੀਗੀ ਵੀ ਫਟਾਫਟ ਜਾ ਕੇ ਅਸੀਂ ਇਲੈਕਸ਼ਨ ਲੜੀਏ। 3 ਕਾਨੂੰਨ ਵਾਪਸ ਹੁੰਦੇ ਨੇ, ਉਹ ਵੀ ਅੰਦੋਲਨ ਤੋਂ ਪਹਿਲਾਂ ਕੋਈ ਗੱਲਬਾਤ ਚੱਲਦੀ ਪਈ ਸੀ ਕਿ ਪੰਜਾਬ ਦੇ ਵਿੱਚ ਵੋਟਾਂ ਹੈਗੀਆਂ ਨੇ, ਇਲੈਕਸ਼ਨ ਨੇ, ਉਸ ਤੋਂ ਪਹਿਲਾਂ ਅੰਦੋਲਨ ਚੱਕਿਆ ਜਾਵੇ, ਇਹ ਕੋਈ ਸਰਕਾਰ ਨਾਲ ਗੱਲਬਾਤ ਚੱਲਦੀ ਸੀ? ਹੁਣ ਤਾਂ ਮਤਲਬ ਢੋਲ ਕੁੱਟੇ ਗਏ ਨਾ, ਗੱਲਾਂ ਦੀ ਕੋਈ ਗੱਲ ਰਹੀ ਨਹੀਂ ਪਰਦੇ 'ਚ। ਹਰਮੀਤ ਕਾਦੀਆਂ ਜੀ ਵੀ ਵਿੱਚ ਬੈਠਾ ਸੀ, ਇਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਹਰਮੀਤ ਕਾਦੀਆਂ ਦੀ ਗੱਲ ਚੱਲ ਰਹੀ ਆ, ਉਹਨਾਂ ਦੇ ਸ਼੍ਰੀ ਰਵੀ ਸ਼ੰਕਰ ਦੇ ਮਾਧਿਅਮ ਤੋਂ। ਬੂਟੇ ਬੁਰਜਗਿਲ ਦੀ ਗੱਲ ਚੱਲ ਰਹੀ ਹੈ ਰਾਹ ਦੇ ਚੀਫ ਤੋਂ। WTO ਦੇ ਵਿੱਚ ਇੱਕ ਲੈਟਰ ਲਿਖ ਕੇ ਭੇਜਣ ਵਾਸਤੇ ਤਿਆਰ ਹੋ ਗਈ ਸਰਕਾਰ ਕਿ ਅਸੀਂ ਸਾਡੇ ਕਿਸਾਨਾਂ ਨੂੰ MSP ਦੇਣੀ ਪਏਗੀ। ਇਹ ਬਹੁਤ ਵੱਡਾ ਸਟੈਪ ਸੀ ਸਾਡਾ, ਸਾਡੇ ਇਸ ਪ੍ਰੈਸ਼ਰ ਦਾ ਸਿੱਟਾ ਸੀ ਇਹ। ਅਗਰ ਅਸੀਂ ਇਹ ਹੁਣ ਤੱਕ ਇਲੈਕਸ਼ਨ ਹਜੇ ਹੋਣੀ ਹੈ ਨਾ, ਅੱਜ ਜਦੋਂ ਆ ਕੇ ਅਸੀਂ ਇੱਥੇ ਸਾਡੇ ਵੀਰਾਂ ਨੇ SSM ਬਣਾਇਆ, ਅਗਰ ਉਦੋਂ ਤੱਕ ਵੀ ਅਸੀਂ ਉੱਥੇ ਮੋਰਚੇ ਨੂੰ ਜਮਾ ਕੇ ਬੈਠੇ ਰਹਿੰਦੇ ਤੇ ਆ ਸਾਡਾ ਪਾੜਾ ਨਾ ਨਜ਼ਰ ਆਉਂਦਾ, ਅਸੀਂ ਇੱਕ ਦੂਜੇ ਦੇ ਪ੍ਰਤੀ ਮਤਲਬ ਖਿੱਚੋਤਾਣ ਨਾ ਨਜ਼ਰ ਆਉਂਦੀ ਉੱਥੇ, ਤਾਂ ਮੈਨੂੰ ਲੱਗਦਾ ਸਰਕਾਰ ਨੇ ਦਬਾਅ ਥੱਲੇ ਆ ਕੇ MSP ਦੀ ਗਰੰਟੀ ਵੀ ਬਣਾ ਦੇਣੀ ਸੀ, ਔਰ ਅੱਜ ਨੂੰ ਸਾਡੇ ਕਿਸਾਨਾਂ ਦੇ ਪਰਚੇ ਵੀ ਰੱਦ ਹੋ ਜਾਣੇ ਸੀ। ਕਿੰਨੇ ਰਾਜੇਵਾਲ ਸਾਹਿਬ ਨੂੰ 22 ਜਥੇਬੰਦੀ, ਕਿੰਨੇ ਜਥੇਬੰਦੀ ਛੱਡ ਗਈਆਂ ਨੇ? ਰਾਜੇਵਾਲ ਸਾਹਿਬ ਦੇ ਨਾਲੋਂ ਮੇਰਾ ਖਿਆਲ ਹੈ ਹੁਣ ਰਾਜੇਵਾਲ ਸਾਹਿਬ ਹੋਰਾਂ ਕੋਲੇ ਮਤਲਬ 17 ਜਾਂ 18 ਜਥੇਬੰਦੀਆਂ ਹੋਣਗੀਆਂ। ਕਿਹੜੀ ਜਥੇਬੰਦੀ ਛੱਡ ਕੇ ਤੁਹਾਡੇ ਕੋਲ ਆ ਗਈਆਂ ਨੇ? ਹਜੇ ਸਾਡੇ ਵਿੱਚ ਤਾਂ ਨਹੀਂ ਉਹ ਆਈਆਂ, ਫਿਰਦੀਆਂ ਤਾਂ ਉਹਦੇ ਵਿੱਚ ਵਿਚਾਲੇ ਜਿਹੀ ਹੈ। ਕਾਨੂੰਨ ਵੀ ਤਾਂ ਪਾਰਲੀਮੈਂਟ 'ਚ ਆਏ ਸੀ, ਕਹਿੰਦੇ ਉੱਥੇ ਜਾ ਕੇ ਜੋ ਆਪਾਂ ਹੀ ਉੱਥੇ ਜਾ ਕੇ ਬੈਠ ਜਾਈਏ ਉਸ ਸਿਸਟਮ ਦੇ ਵਿੱਚ, ਤਾਂ ਸ਼ਾਇਦ ਕਾਨੂੰਨ ਇਹੋ ਜਿਹਾ ਨਾ ਆਉਣ। ਨਹੀਂ, ਮੈਂ ਇਹਨਾਂ ਦਾ ਜਿਹੜੀ ਇਹ ਗੱਲ ਉਹ ਕਰਦੇ ਨੇ, ਮੈਂ ਫਿਰ ਉਹ ਬੇਨਤੀ ਕਰਦਾ ਕਿ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਜੋ ਲੋਕਾਂ ਦਾ ਸੜਕ ਤੇ ਬੈਠਣ ਵਾਲਿਆਂ ਦਾ ਅੰਦੋਲਨਕਾਰੀ ਆਪਦੇ ਅੰਦੋਲਨ ਦੇ ਉੱਤੇ ਟੇਕ ਰੱਖ ਕੇ ਜੋ ਮਸਲਿਆਂ ਦਾ ਹੱਲ ਕਰ ਸਕਦੇ ਆ, ਉਹ ਉਵੇਂ ਨਹੀਂ ਕਰ ਸਕਦੇ। ਚੁਣਾਵੀ ਮੌਸਮ ਹੈ, ਚੁਣਾਵੀ ਮੌਸਮ ਦੇ ਵਿੱਚ ਸਿਆਸਤਦਾਨ ਇੱਕ ਦੂਜੇ ਦੇ ਵਾਰ ਕਰਦੇ ਨੇ, ਤਾਂ ਸਿਆਸੀ ਪਾਰਟੀਆਂ ਵੀ ਪੰਜਾਬ ਦੇ ਵਿੱਚ 5 ਬਣ ਗਈਆਂ ਨੇ। ਪਹਿਲਾਂ 2 ਸੀ, ਫਿਰ 3, ਹੁਣ 5 ਨੇ। ਪਹਿਲੀ ਪਾਰਟੀ SSM ਦੀ ਗੱਲ ਕਰਾਂਗੇ, ਸੰਯੁਕਤ ਕਿਸਾਨ ਮੋਰਚੇ ਦੀ। ਸੰਯੁਕਤ ਕਿਸਾਨ ਮੋਰਚਾ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਬਣਿਆ, 380 ਦਿਨ ਕਿਸਾਨ ਦਿੱਲੀ ਦੀ ਬਦੂਹਾਂ ਤੇ ਬੈਠੇ ਦੇ, ਕਾਨੂੰਨ ਰੱਦ ਹੋਏ, ਵਾਪਸ ਆ ਜਾਂਦੇ ਨੇ ਤੇ ਇੱਕ ਪਾਰਟੀ ਬਣ ਜਾਂਦੀ ਹੈ। ਸਿਆਸਤ ਵਿੱਚ ਆ ਗਏ ਨੇ, 107 ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ। 10 ਜਥੇਬੰਦੀਆਂ ਇਸ ਚੋਂ ਬਾਹਰ ਰਹਿੰਦੀਆਂ ਨੇ, 22 ਜਥੇਬੰਦੀਆਂ ਕਹਿ ਦਿੰਦੀਆਂ ਨੇ ਅਸੀਂ ਸਿਆਸਤ ਵਾਲੇ ਪਾਸੇ ਜਾਣਾ ਹੈ। ਹੁਣ ਕਈ ਸਵਾਲ ਉੱਠਦੇ ਨੇ ਮਨ ਵਿੱਚ, ਜਿਹੜੇ ਮਾਮਲੇ ਪੈਂਡਿੰਗ ਪਏ ਨੇ, ਲਖੀਮਪੁਰ ਖੀਰੀ, MSP ਦੀ ਗਰੰਟੀ, ਉਹ ਹੋਰ ਵੀ ਜਿਹੜੇ ਮਾਮਲੇ ਪੈਂਡਿੰਗ ਪਏ ਨੇ, ਹੁਣ ਉਹ ਹੱਲ ਕਿਵੇਂ ਹੋਣਗੇ? ਕੀ ਇੱਕ ਹੋਰ ਅੰਦੋਲਨ ਲੱਗੂਗਾ? ਤੇ ਦੂਸਰੇ ਪਾਸੇ ਜਿਹੜੇ ਜਥੇਬੰਦੀਆਂ ਸਿਆਸਤ ਵਿੱਚ ਗਈਆਂ ਨੇ, ਕੀ ਵਾਪਸ ਲਿਆ ਜਾਊਗਾ? ਉਹ ਸਭ ਤੋਂ ਅਹਿਮ ਸਵਾਲ ਹੈ ਕਿ ਅੰਦੋਲਨ ਤੋਂ ਬਾਅਦ ਵੀ ਜਥੇਬੰਦੀਆਂ ਨੂੰ ਵਾਪਸ ਲਿਆ ਜਾ ਸਕਦਾ ਹੈ? ਜੇ ਜਥੇਬੰਦੀਆਂ ਹਾਰ ਜਾਂਦੀਆਂ ਨੇ ਚੋਣਾਂ, ਉਸ ਤੋਂ ਬਾਅਦ ਉਹਨਾਂ ਦਾ ਭਵਿੱਖ ਕੀ ਹੋਊਗਾ? ਇਸ ਉੱਪਰ ਚਰਚਾ ਕਰਾਂਗੇ। ਚਰਚਾ ਵੀ ਕਰਾਂਗੇ ਕਿ 9 ਮੈਂਬਰ ਕਮੇਟੀ ਦੇ ਵਿੱਚੋਂ ਰਾਜੇਵਾਲ ਸਾਹਿਬ ਤੇ ਚਰੂਣੀ ਸਾਹਿਬ ਨੂੰ ਬਾਹਰ ਕਰ ਦਿੱਤਾ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਡੱਲੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਬਾਬਾ ਦਾ ਇੰਟਰਵਿਊ 'ਚ ਜ਼ਿਕਰ ਕਰਦੇ ਹੁੰਦੇ ਹੋ ਵੀ ਜੇ ਉਹਨਾਂ ਚਲੇ ਗਏ ਨੇ 22 ਜਥੇਬੰਦੀਆਂ, ਚੋਣਾਂ ਲੜ ਕੇ ਦੇਖ ਲੈਣ, ਚੋਣਾਂ 'ਚੋਂ ਦੇਖ ਲਾਂਗੇ ਕੀ ਹਾਸਲ ਹੁੰਦਾ। ਹਾਸਲ ਹੋਊਗਾ ਕਿਵੇਂ? ਜਿਹੜੇ ਬਾਕੀ ਮਾਮਲੇ ਪੈਂਡਿੰਗ ਪਏ ਨੇ, ਉਹ ਸਿਆਸਤ ਵਾਲੇ ਪਾਸੇ ਚਲੇ ਗਏ, ਤੁਸੀਂ ਗਏ ਨਹੀਂ ਹੋ, ਹਾਸਲ ਹੋ ਕਿਵੇਂ? ਜੋ ਪੈਂਡਿੰਗ ਮੁੱਦੇ ਪਏ ਨੇ, ਉਹ ਜੇ ਕੱਲ ਨੂੰ ਫਿਰ ਬਿੱਲ ਆ ਜਾਂਦੇ ਨੇ ਵਾਪਸ, ਫਿਰ ਕੀ ਕਰੋਗੇ? ਨਹੀਂ, ਦਰਅਸਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹਾਸਲ ਹੋਏਗਾ ਕੀ, ਇੱਕ ਵਿਚਾਰਧਾਰਕ ਗੱਲ ਹੈ। ਕਿਸੇ ਦੀ ਵਿਚਾਰਧਾਰਾ, ਸਾਡੀ ਵਿਚਾਰਧਾਰਾ ਹੈ ਕਿ ਬਿਲਕੁਲ ਮਤਲਬ ਸਾਨੂੰ ਅੰਦੋਲਨ ਤੇ ਟੇਕ ਰੱਖਣੀ ਚਾਹੀਦੀ ਹੈ। ਸਾਨੂੰ ਪੋਲੀਟਿਕਸ ਦੇ ਵਿੱਚ ਜਾ ਕੇ ਜਿਹੜੇ ਵੀ ਜਾਵਾਂਗੇ ਤੇ ਉੱਥੋਂ ਅਸੀਂ ਕੁਝ ਵੀ ਲੋਕਾਂ ਦਾ ਸਵਾਰ ਨਹੀਂ ਸਕਦੇ। ਲੇਕਿਨ ਸਾਡੇ ਕੁਝ ਵੀਰਾਂ ਨੂੰ ਲੱਗਿਆ ਕਿ ਨਹੀਂ ਜੀ, ਅਸੀਂ ਉੱਧਰੋਂ ਕੁਝ ਸਵਾਰ ਸਕਦੇ ਹਾਂ। ਜਿਵੇਂ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਗੁਰਨਾਮ ਸਿੰਘ ਚਨੂਨੀ ਸਾਹਿਬ, ਉਹ ਤਾਂ ਬਹੁਤ ਲੰਬੇ ਸਮੇਂ ਤੋਂ ਲੱਗੇ ਹੋਏ ਸੀਗੇ ਕਿ ਬਈ ਮਿਸ਼ਨ ਪੰਜਾਬ ਚਲਾਉਣਾ ਹੈ, ਮਿਸ਼ਨ 2022 ਚਲਾਉਣਾ ਹੈ।
ਤੋਂ ਬਾਰ-ਬਾਰ ਉਹਨਾਂ ਨੂੰ ਰੋਕਦੇ ਵੀ ਰਹੇ। ਉਸ ਤੋਂ ਬਾਅਦ ਸਾਡਿਆਂ ਨੇ ਜਾ ਕੇ ਬਾਹਰ ਬੜੀ ਤੇਜ਼ੀ ਨਾਲ ਉੱਥੋਂ ਮੋਰਚੇ ਦੇ ਵਿੱਚੋਂ ਆ ਕੇ ਫਟਾਫਟ ਇਹ ਕੀਤਾ, ਉਹ ਸਾਰਾ ਕੁਝ ਹੋਇਆ। ਇਹ ਕਾਲੀ ਨੇ ਮੋਰਚਾ ਚੱਕਿਆ ਗਿਆ ਸੀ ਉੱਥੋਂ ਦੀ। ਉਹਨਾਂ ਦੀ ਜਿਹੜੀ ਭਾਵਨਾ ਹੈ, ਉਹਨਾਂ ਦੀ ਵਿਚਾਰ ਹੋ ਸਕਦੀ ਹੈ ਕਿ ਅਸੀਂ ਮਤਲਬ ਇਲੈਕਸ਼ਨ ਦੇ ਵਿੱਚ ਜਾ ਕੇ ਜਿੱਤ ਕੇ ਪਤਾ ਨਹੀਂ ਕੀ ਕੁਝ ਸਵਾਰ ਸਕਦੇ ਹਾਂ, ਪਰ ਲੱਗ ਜਾਏਗਾ ਪਤਾ। ਉਹੀ ਗੱਲ ਪਹਿਲਾਂ ਵਾਲੀ ਫਿਰ ਜਿਹੜੀ ਅੱਗੇ ਕਰਦੇ ਆ ਅਕਸਰ ਰੋਜ਼। ਸਾਨੂੰ ਇਸ ਗੱਲ ਦਾ ਮੰਨਣਾ ਹੈ, ਅਗਰ ਇਹਨੂੰ ਥਿਉਰੀ ਦੇ ਮੁਤਾਬਕ ਥੋੜ੍ਹੀ ਜਿਹੀ ਗੱਲ ਨੂੰ ਤੁਸੀਂ ਜਾਂਚੋਗੇ ਨਾ, ਫਿਰ ਸਮਝ ਆ ਜਾਊਗੀ। ਪੰਜਾਬ ਹੈ, ਪੰਜਾਬ 'ਚੋਂ ਅਸੀਂ 13 MP ਜਿਤਾ ਸਕਦੇ ਹਾਂ, ਹਰਿਆਣੇ ਦੇ ਵਿੱਚੋਂ 10 MP ਜਿੱਤ ਸਕਦੇ ਆ। ਜਿਹੜੇ ਖਿੱਤੇ ਨੇ ਯੂਪੀ ਦੇ ਨੇ ਅੰਦੋਲਨ ਲੜਿਆ, ਉਹ ਸਾਰਾ ਦਾ ਸਾਰਾ ਤਕੜੇ ਹੋ ਕੇ ਮਜ਼ਬੂਤੀ ਨਾਲ ਅਸੀਂ ਜਿੱਤ ਜਗੇ ਤਾਂ ਅਸੀਂ ਉੱਥੋਂ 70 72 75 MP ਉੱਥੋਂ ਜਿੱਤ ਲਾਂਗੇ। ਟੋਟਲ 100 MP ਬਣਿਆ। 546 ਦੀ ਮਤਲਬ ਸਾਡੀ ਪਾਰਲੀਮੈਂਟ ਹੈ। 150 MP ਦੀ ਉੱਥੇ ਕੀ ਵੈਲਿਊ ਹੈ? ਕਿਸੇ ਨੇ ਨਹੀਂ ਸਾਡੀ ਸੁਣਨੀ ਉੱਥੇ। ਸਾਡੇ MP ਰੌਲਾ ਪਾਈ ਵੀ ਜਾਣ, ਭਾਵੇਂ ਸਾਰੇ ਜਿੱਤ ਕੇ ਵੀ MP ਰੌਲਾ ਪਾਈ ਜਾਣ, ਐਡੀ ਸਟਰੋਂਗ ਸਾਡੀ ਮਤਲਬ ਉੱਥੇ ਬਹੁਤ ਬਣ ਜੇ ਲੋਕ ਜਿਤਾ ਕੇ ਭੇਜ ਦੇਣ ਤਾਂ ਵੀ ਕੱਖ ਨਹੀਂ ਕਰ ਸਕਦੇ। ਲੇਕਿਨ ਇੰਨੇ ਹੀ ਖਿੱਤੇ 'ਚੋਂ ਜਦੋਂ ਲੋਕ ਅੰਦੋਲਨ ਦੇ ਰਾਹ 'ਤੇ ਤੁਰੇ ਨੇ, ਯੂਪੀ ਦੇ ਵਿੱਚੋਂ ਐਡੇ ਵੱਡਾ ਸਮਰਥਨ ਭਾਵੇਂ ਨਹੀਂ ਸੀ ਮਿਲਿਆ, ਲੇਕਿਨ ਮਿਲਿਆ, ਥੋੜ੍ਹਾ ਮਿਲਿਆ ਭਾਵੇਂ, ਲੇਕਿਨ ਇੰਨੇ ਹੀ ਖਿੱਤੇ ਨੇ 100 MPਆਂ ਦੇ ਏਰੀਏ ਨੇ ਅੰਦੋਲਨ ਲੜਿਆ ਤਾਂ ਸਰਕਾਰ ਨੂੰ ਮਜਬੂਰ ਕਰਤਾ, ਸਰਕਾਰ ਨੂੰ ਵਾਪਸ ਆਉਣਾ ਪਿਆ, ਸਰਕਾਰ ਨੂੰ ਕਾਨੂੰਨ ਰੱਦ ਕਰਨੇ ਪਏ। ਇਹਦਾ ਮਤਲਬ ਸਪਸ਼ਟ ਹੋ ਗਿਆ, ਕਲੀਅਰ ਹੋ ਗਿਆ ਕਿ ਅੰਦੋਲਨ ਤੇ ਟੇਕ ਰੱਖਿਆ ਹੀ ਮਸਲਿਆਂ ਦਾ ਹੱਲ ਹੋਣਾ ਹੈ। ਸਾਨੂੰ ਸੱਤਾ ਤੇ ਜਾ ਕੇ ਮਸਲਿਆਂ ਦਾ ਹੱਲ ਹੋਣਾ। ਫਿਰ ਇਹਨਾਂ ਨੇ ਕਿਵੇਂ ਭਰੋਸਾ ਕਰ ਲਿਆ ਬਾਈ ਜਥੇਬੰਦੀਆਂ ਨੇ? ਪਹਿਲਾਂ ਅਹਿਮ ਸਵਾਲ ਹੈ ਕਿ ਜਦੋਂ ਮੋਰਚਾ ਵਾਪਸ ਆ ਜਾਂਦਾ ਹੈ ਜਿੱਤ ਕੇ, ਕਿ ਮੋਰਚਾ ਵਾਕਈ ਕਾਲੀ ਨਾਲ ਚੱਕਿਆ ਗਿਆ ਸੀ, ਅੱਗੇ ਚੋਣਾਂ ਹੈਗੀਆਂ ਨੇ, ਮੋਰਚਾ ਪਹਿਲਾਂ ਚੱਕ ਲਓ, ਜਾਂ ਕਿਸੇ ਨੇ ਕਿਹਾ ਵੀ ਨਹੀਂ ਚੋਣਾਂ ਲੰਘਣ ਦਿਓ ਜਾਂ ਚੋਣਾਂ ਤੱਕ ਆਪਾਂ ਇੰਤਜ਼ਾਰ ਕਰਨੇ ਆ, ਜੋ ਬਾਕੀ ਮਸਲੇ ਵੀ ਹੈਗੇ ਨੇ, MSP ਦੀ ਗਰੰਟੀ ਹੋ ਗਈ ਜਾਂ ਲਖੀਮਪੁਰ ਖਰੀਦ ਆ, ਉਹ ਵੀ ਇਨਸਾਫ ਲੈ ਕੇ ਜਾਣਾ? ਨਹੀਂ, ਉਹਦੇ ਤੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਬੜਾ ਵਾਕਈ ਕਾਹਲ ਨਾਲ ਮੋਰਚਾ ਉੱਠਿਆ ਲੱਗਦਾ ਹੈ, ਲੱਗਦਾ ਨਹੀਂ ਉੱਠਿਆ ਹੀ ਕਾਹਲ ਨਾਲ ਹੈ। ਕਾਲੀ ਹੈ ਕਿਹਨੂੰ ਸੀ? ਬਹੁਤ ਜ਼ਿਆਦਾ। ਸਾਡੇ ਇਹੀ ਵੀਰ ਹੁਣ ਤਾਂ ਸਪਸ਼ਟ ਹੋ ਗਿਆ, ਜਿਹੜੇ ਜ਼ਿਆਦਾ ਉੱਥੇ ਮੋਰਚੇ ਨੂੰ ਉਠਾਉਣ ਲਈ ਉਤਾਵਲੇ ਸੀ, ਉਹੀ ਅੱਜ ਮਤਲਬ ਇਲੈਕਸ਼ਨਾਂ 'ਚ ਆ ਗਿਆ। ਤੇ ਇਹਦਾ ਮਤਲਬ ਇਹ ਕਲੀਅਰ ਕਰਤਾ ਕਿ ਇਹਨਾਂ ਨੂੰ ਕਾਹਲ ਇਹ ਸੀਗੀ ਵੀ ਫਟਾਫਟ ਜਾ ਕੇ ਅਸੀਂ ਇਲੈਕਸ਼ਨ ਲੜੀਏ। ਵਿਰੋਧ ਕੀਤਾ ਸੀ ਕਈਆਂ ਨੇ ਵੀ ਇੰਨਾ ਛੇਤੀ ਮੋਰਚਾ ਚੱਕੋ। ਦੇਖੋ, ਉਹ ਤੇ ਜਿਹੜੇ ਸਾਡੇ ਵਰਗੇ ਬੰਦੇ ਸੀਗੇ, ਅਸੀਂ ਇਸ ਚੀਜ਼ ਦਾ ਮਤਲਬ ਬਾਰ-ਬਾਰ ਰਿਕੁਐਸਟਾਂ ਕਰ ਰਹੇ ਸੀ ਕਿ ਇੱਕ ਗੱਲ ਹੋਰ ਵੀ ਹੈ। 5 ਸਟੇਟਾਂ ਦੀ ਇਲੈਕਸ਼ਨ ਤੋਂ ਅੰਡਰ ਪ੍ਰੈਸ਼ਰ ਹੋ ਕੇ ਸਰਕਾਰ ਨੇ ਸਾਡੀ 3 ਕਾਨੂੰਨ ਰੱਦ ਕੀਤੇ ਸੀ। MSP ਦੀ ਗਰੰਟੀ ਵਾਲੇ ਪਾਸੇ ਨੂੰ ਸਰਕਾਰ ਨੇ ਕਦਮ ਪੱਟਣੇ ਸ਼ੁਰੂ ਕਰ ਲਏ। ਆਪਦੇ ਨਾਲ 46 ਕੰਟਰੀ ਹੋਰ ਜੋੜ ਕੇ WTO ਦੇ ਵਿੱਚ ਇੱਕ ਲੈਟਰ ਲਿਖ ਕੇ ਭੇਜਣ ਵਾਸਤੇ ਤਿਆਰ ਹੋ ਗਈ ਸਰਕਾਰ ਕਿ ਅਸੀਂ ਸਾਡੇ ਕਿਸਾਨਾਂ ਨੂੰ MSP ਦੇਣੀ ਪਏਗੀ। ਇਹ ਬਹੁਤ ਵੱਡਾ ਸਟੈਪ ਸੀ ਸਾਡੇ ਇਸ ਪ੍ਰੈਸ਼ਰ ਦਾ ਸਿੱਟਾ ਸੀ ਇਹ। ਅਗਰ ਅਸੀਂ ਇਹ ਹੁਣ ਤੱਕ ਇਲੈਕਸ਼ਨ ਹਜੇ ਹੋਣੀ ਹੈ ਨਾ, ਅੱਜ ਜਦੋਂ ਆ ਕੇ ਅਸੀਂ ਇੱਥੇ ਸਾਡੇ ਵੀਰਾਂ ਨੇ SSM ਬਣਾਇਆ, ਅਗਰ ਉਦੋਂ ਤੱਕ ਵੀ ਅਸੀਂ ਉੱਥੇ ਮੋਰਚੇ ਨੂੰ ਜਮਾ ਕੇ ਬੈਠੇ ਰਹਿੰਦੇ ਤੇ ਆ ਸਾਡਾ ਪਾੜਾ ਨਾ ਨਜ਼ਰ ਆਉਂਦਾ, ਅਸੀਂ ਇੱਕ ਦੂਜੇ ਦੇ ਪ੍ਰਤੀ ਮਤਲਬ ਖਿੱਚੋਤਾਣ ਨਾ ਨਜ਼ਰ ਆਉਂਦੀ ਉੱਥੇ, ਤਾਂ ਮੈਨੂੰ ਲੱਗਦਾ ਸਰਕਾਰ ਨੇ ਦਬਾਅ ਥੱਲੇ ਆ ਕੇ MSP ਦੀ ਗਰੰਟੀ ਵੀ ਬਣਾ ਦੇਣੀ ਸੀ ਔਰ ਅੱਜ ਨੂੰ ਸਾਡੇ ਕਿਸਾਨਾਂ ਦੇ ਪਰਚੇ ਵੀ ਰੱਦ ਹੋ ਜਾਣੇ ਸੀ। ਇਹ 100% ਕਲੀਅਰ ਗੱਲ ਹੈ। ਪਾੜਾ ਵਧਿਆ ਕਿਵੇਂ ਇਹ ਚੀਜ਼ਾਂ ਦੇ ਉੱਤੇ? ਪਾੜਾ ਵਧਣ ਦੀ ਮੇਨਲੀ ਗੱਲ ਇਹੀ ਸੀਗੀ ਕਿ ਕੁਝ ਵੀਰਾਂ ਨੂੰ ਬੜੀ ਕਾਹਲ ਸੀਗੀ ਕਿ ਫਟਾਫਟ ਪੰਜਾਬ ਜਾ ਕੇ ਅਸੀਂ ਮਤਲਬ ਆਪਦਾ ਸੰਗਠਨ ਬਣਾਈਏ, ਸਿਆਸੀ ਸੰਗਠਨ। ਸਾਡੇ ਵਿੱਚੋਂ ਕੁਛ ਜਿਹੜੇ ਮਤਲਬ ਰਾਜਨੀਤੀ 'ਚ ਨਹੀਂ ਸੀ ਜਾਣਾ ਚਾਹੁੰਦੇ, ਉਹ ਇਹ ਚਾਹੁੰਦੇ ਸੀ ਵੀ ਆਹ ਜਿਹੜੇ ਮਸਲੇ ਰਹਿੰਦੇ ਨੇ, ਹਜੇ MSP ਦੀ ਗਰੰਟੀ ਰਹਿੰਦੀ ਹੈ, ਹਜੇ ਕਿਸਾਨਾਂ ਦੇ ਪਰਚੇ ਦਰਜ ਹੋ ਰਹਿੰਦੇ ਨੇ, ਲਖੀਮਪੁਰ ਵਾਲਾ ਕਾਂਡ ਸਾਡਾ ਵਿੱਚ ਪਿਆ, ਬਹੁਤ ਸਾਰੇ ਟਰੈਕਟਰ ਲੋਕਾਂ ਦੇ ਹਜੇ ਥਾਣੇ 'ਚ ਬੰਦ ਖੜੇ ਨੇ। ਇਹ ਸਾਰੀਆਂ ਗੱਲਾਂ ਦਾ ਹੱਲ ਕਰਵਾਉਣ ਤੱਕ ਹਜੇ ਸਾਨੂੰ ਇੱਥੇ ਬੈਠਣਾ ਚਾਹੀਦਾ। ਹਜੇ ਅਸੀਂ ਸੰਪੂਰਨ ਜਿੱਤ ਪ੍ਰਾਪਤ ਨਹੀਂ ਕੀਤੀ। ਅਗਰ ਅਸੀਂ ਸੰਪੂਰਨ ਜਿੱਤ ਪ੍ਰਾਪਤ ਕਰਕੇ ਉੱਠੇ ਹੁੰਦੇ ਤਾਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਆ ਕੇ ਅਗਰ ਇਹਨਾਂ ਵੀਰਾਂ ਨੇ ਇਲੈਕਸ਼ਨ ਲੜਨੀ ਵੀ ਸੀ, ਸਾਡੇ ਤਾਂ ਜਥੇਬੰਦੀ ਦਾ ਫੈਸਲਾ ਅਸੀਂ ਤਾਂ ਲੜਨੀ ਹੋਈ ਨਹੀਂ, ਭਾਵੇਂ ਅਸੀਂ ਜਿੱਤ ਗਏ ਤੇ ਭਾਵੇਂ ਅਸੀਂ ਹਾਰ ਗਏ। ਲੇਕਿਨ ਜਿਹੜੇ ਵੀਰ ਮਤਲਬ ਇਲੈਕਸ਼ਨ ਜਿੱਤਣਾ ਵੀ ਚਾਹੁੰਦੇ ਸੀ, ਅਗਰ ਸਾਰਾ ਸੰਪੂਰਨ ਅੰਦੋਲਨ ਜਿੱਤ ਕੇ ਆਉਂਦੇ ਤਾਂ ਮੈਂ ਦਾਅਵੇ ਨਾਲ ਗੱਲ ਕਰਦਾ ਪੰਜਾਬ ਦੇ ਲੋਕਾਂ ਨੇ 2000 ਗੁਣਾ ਵੱਧ ਸਤਿਕਾਰ ਤੇ ਪਿਆਰ ਦੇਣਾ ਸੀ ਔਰ ਇਹ ਹੋਣਾ ਵੀ ਸੀਗਾ। ਤੋ ਉਸ ਮਤਲਬ ਕਾਹਲ ਦੇ ਵਿੱਚ ਸੰਨੇ ਅਧੂਰਾ ਫੈਸਲਾ ਜਿਹੜਾ ਛੱਡ ਕੇ ਭੱਜੇ। ਸਾਡੇ ਵਰਗਿਆਂ ਦੀ ਤਾਂ ਉੱਥੇ ਘੱਟ ਗਿਣਤੀ ਸੀ, ਸਾਡੀ ਤਾਂ ਉੱਥੇ ਘੱਟ ਗਿਣਤੀ ਸੀ। ਹੁਣ ਇਹ ਜਿਹੜੇ 22 ਜਥੇਬੰਦੀਆਂ ਨੇ ਫੈਸਲਾ ਲੈ ਲਿਆ, ਹੁਣ ਅਸੀਂ ਤਾਂ 22 ਦੇ ਵਿੱਚ ਵੀ ਜਦੋਂ 32 ਦੀ ਮੀਟਿੰਗ ਹੁੰਦੀ ਸੀ ਉਦੋਂ ਵੀ ਤਾਂ ਸਾਡੀਆਂ ਜਥੇਬੰਦੀਆਂ ਵਿੱਚ ਬਹਿੰਦੀਆਂ ਰਹੀਆਂ ਨਾ। ਅਸੀਂ ਉਦੋਂ ਵੀ ਆਪਦਾ ਪੱਖ ਰੱਖਦੇ ਨੇ ਵੀ ਸਾਨੂੰ ਰਾਜਨੀਤੀ ਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ, ਕਿਉਂਕਿ ਸਾਡਾ ਹਜੇ ਉਹ ਮਸਲਾ ਰਹਿੰਦਾ ਹੈ। ਸਾਡਾ SKM ਜਦੋਂ ਬਣਿਆ ਹੈ, ਅਸੀਂ ਇੱਕ ਮਤਲਬ ਸੁਨੇਹਾ ਦਿੱਤਾ ਹੈ, ਪੂਰੇ ਵਰਲਡ 'ਚ ਸੁਨੇਹਾ ਗਿਆ ਸਾਡਾ।
ਇੱਕ ਮੈਸੇਜ ਲੱਗ ਗਿਆ ਕਿ ਇਹ ਨਾਨ ਪੋਲੀਟੀਕਲ ਹੈ, ਰਾਜਨੀਤੀ ਨਹੀਂ ਕਰਨਗੇ। ਅਸੀਂ ਕਿਸੇ ਨੂੰ ਰਾਜਨੀਤੀ ਕਰਨ ਵਾਲੇ ਨੂੰ ਸਾਡੀ ਸਟੇਜ 'ਤੇ ਵੀ ਨਹੀਂ ਆਉਣ ਦਿੱਤਾ। ਤਾਂ ਜਦੋਂ ਅਸੀਂ ਕਿਸੇ ਨੂੰ ਸਟੇਜ ਦੇ ਨੇੜੇ ਨਹੀਂ ਲੱਗਣ ਦਿੱਤਾਗਾ, ਪੂਰੀ ਤਰ੍ਹਾਂ ਨਾਨ ਪੋਲੀਟੀਕਲ ਹੋਣ ਦਾ ਇੱਕ ਮੈਸੇਜ ਵਰਲਡ ਦੇ ਵਿੱਚ ਛੱਡਿਆ ਗਿਆ, ਤਾਂ ਜਿਹੜੀ ਸਾਨੂੰ ਸੱਤਾਧਾਰੀ ਧਿਰ ਬਦਨਾਮ ਕਰਦੀ ਰਹੀ ਕਿ ਇਹ ਤਾਂ ਜੀ ਰਾਜਨੀਤੀ ਕਰਨ ਆਏ ਆ, ਰਾਜਨੀਤੀ ਕਰਨਾ ਸੀ, ਜਿਹਨੂੰ ਬਾਰ-ਬਾਰ ਮਤਲਬ ਵਿਰੋਧ ਕਰਦੇ ਸੀ, ਉਹਦਾ ਜਵਾਬ ਦੇ ਰਹੇ ਸੀਗੇ ਵੀ ਨਹੀਂ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਔਰ ਇਹਨਾਂ ਵੀਰਾਂ ਨੇ ਇਹ ਕਰਕੇ ਮਤਲਬ ਉਹ ਸਾਡੇ 'ਤੇ ਇੱਕ ਵਾਰੀ ਭਾਰੂ ਕਰਤੇ ਕਿ ਲਓ ਜੀ ਆਹ ਦੇਖੋ ਇਹ ਤਾਂ ਰਾਜਨੀਤੀ ਕਰਨ ਆਏ ਸੀ। ਹਾਲਾਂਕਿ ਅਸੀਂ ਹਜੇ ਜਿਹੜੇ 10-12 ਬਾਹਰ ਫਿਰਦੇ ਹਾਂ, ਹੁਣ ਤਾਂ 10-12 ਤੋਂ ਵੀ ਵੱਧ ਗਏ, ਹੁਣ ਤਾਂ ਅਸੀਂ ਮਤਲਬ 18-19 ਨੂੰ ਪਹੁੰਚ ਗਏ ਹਾਂ। ਕਿੰਨੇ ਰਾਜੇਵਾਲ ਸਾਹਿਬ ਨੂੰ 22 ਜਥੇਬੰਦੀ ਜੀ ਕਿੰਨੇ ਜਥੇਬੰਦੀਆਂ ਛੱਡ ਗਈਆਂ ਨੇ? ਰਾਜੇਵਾਲ ਸਾਹਿਬ ਦੇ ਨਾਲੋਂ ਮੇਰਾ ਖਿਆਲ ਹੈ ਹੁਣ ਰਾਜੇਵਾਲ ਸਾਹਿਬ ਹੋਰਾਂ ਕੋਲੇ ਮਤਲਬ 17 ਜਾਂ 18 ਜਥੇਬੰਦੀਆਂ ਹੋਣਗੀਆਂ। ਕਿਹੜੀ ਜਥੇਬੰਦੀ ਛੱਡ ਕੇ ਤੁਹਾਡੇ ਕੋਲ ਆ ਗਈਆਂ ਨੇ? ਹਜੇ ਸਾਡੇ ਵਿੱਚ ਤਾਂ ਨਹੀਂ ਉਹ ਆਈਆਂ, ਫਿਰਦੀਆਂ ਤਾਂ ਉਹਦੇ ਵਿੱਚ ਵਿਚਾਲੇ ਜਿਹੀ ਹੈ, ਲੇਕਿਨ ਕ੍ਰਾਂਤੀਕਾਰੀ ਵਾਲੀ ਜਥੇਬੰਦੀ ਆ ਉਹਨਾਂ ਨੇ ਵੀ ਮਤਲਬ ਪ੍ਰੈਸ ਕਾਨਫਰੰਸ ਕਰਕੇ ਕਲੀਅਰ ਕਰਤਾ ਵੀ ਅਸੀਂ ਨਹੀਂ ਮਤਲਬ ਰਾਜਨੀਤੀ ਜਾਣਾ। ਡਕਾਉਂਦੇ ਵਾਲਿਆਂ ਨੇ ਵੀ ਕਲੀਅਰ ਕਰਤਾ ਵੀ ਅਸੀਂ ਨਹੀਂ ਜਾਣਾ। ਲੱਖੋਵਾਲ ਸਾਹਿਬ ਨੇ ਕਹਿਤਾ ਵੀ ਅਸੀਂ ਨਹੀਂ ਜਾਣਾ। ਮੇਜਰ ਸਿੰਘ ਪੁੰਨਾਵਾਲ ਹੋਰੀ ਉਹਨਾਂ ਨੇ ਮਤਲਬ ਕਲੀਅਰ ਕਰਤਾ ਵੀ ਅਸੀਂ ਨਹੀਂ ਜਾਣਾ। ਉਦੋਂ ਬਾਅਦ ਨਾਲ ਛੱਡ ਕੇ ਉਹ ਵੀ ਆ ਗਏ ਨੇ ਆਪਣਾ ਹਰਦੇਵ ਸੰਧੂ ਵਰਗੇ, ਉਹ ਵੀ ਕਿਰਤੀ ਕਿਸਾਨ ਯੂਨੀਅਨ 'ਚੋਂ ਹੀ ਆ। ਔਰ ਇਸ ਤਰ੍ਹਾਂ ਕਾਫੀ ਮਤਲਬ ਜਥੇਬੰਦੀਆਂ ਨਿਕਲ ਕੇ ਇੱਧਰ ਨੂੰ ਆ ਗਈਆਂ, ਵਾਪਸ ਮੁੜੀਆਂ ਨੇ। ਤੋ ਮੇਰਾ ਮਤਲਬ ਇਸ ਗੱਲ ਦਾ ਸੀਗਾ ਕਿ ਜਿਹੜੀਆਂ ਉਹ 22 ਜਥੇਬੰਦੀਆਂ ਸੀ, ਜਦੋਂ ਸਾਡੀ ਘੱਟ ਗਿਣਤੀ ਰਹਿ ਜਾਂਦੀ ਸੀ ਨਾ, ਉਦੋਂ ਜ਼ਬਰਦਸਤੀ ਇਹ ਹੁੰਦਾ ਫੈਸਲਾ ਹੁੰਦਾ ਸੀ, ਕਰਾਉਣ ਦੀ ਕੋਸ਼ਿਸ਼ ਹੁੰਦੀ ਸੀ। ਹਾਲਾਂਕਿ ਅਸੀਂ ਕਹਿੰਦੇ ਸੀਗੇ ਕਿ ਮੋਰਚਾ ਬਚਾਉਣਾ, ਮੋਰਚਾ ਬਚਾਉਣਾ। ਜਿੰਨਾ ਚਿਰ ਅੰਦੋਲਨ ਹਜੇ ਸਾਡਾ ਚੱਲ ਰਿਹਾ ਹੈ ਉਹਨਾਂ ਚਿਰ ਕਿਸੇ ਕੀਮਤ ਦੇ ਉੱਤੇ ਸਾਨੂੰ ਰਾਜਨੀਤੀ ਦੇ ਵਿੱਚ ਪੈਰ ਨਹੀਂ ਧਰਨਾ ਚਾਹੀਦਾ। ਅਗਰ ਧਰੋਗੇ ਤਾਂ ਗਲਤ ਕਰੋਗੇ, ਤੁਸੀਂ ਮੋਰਚੇ ਦਾ ਨੁਕਸਾਨ ਕਰੋਗੇ, ਮੋਰਚਾ ਖਿਲਾਰੋਗੇ। ਔਰ ਉਹ ਹੋਇਆ ਹੁਣ ਤੁਹਾਡੇ ਸਾਹਮਣੇ। ਹੁਣ ਇਹ ਸਾਨੂੰ ਕਹਿੰਦੇ ਆ ਨਾ, ਹੁਣ ਉਹਨਾਂ ਬੰਦਿਆਂ ਨੂੰ ਕਹਿੰਦੇ ਜਿਨ੍ਹਾਂ ਨੇ ਮੋਰਚੇ 'ਚੋਂ ਇਹਨਾਂ ਨੂੰ ਮਤਲਬ ਪਾਸੇ ਕਰਨਾ ਮਜਬੂਰੀ ਸੀ। ਦੇਖੋ ਸਾਡੇ ਤੇ ਮਤਲਬ ਤਰ੍ਹਾਂ ਦੇ ਵਾਰ ਹੁੰਦੇ ਸੀ, ਬੜੇ ਵਾਰ ਹੋਏ। ਲੋ ਜੀ ਆ ਦੇਖੋ ਆ ਰਾਜਨੀਤਿਕ ਹੋ ਗਏ। ਹੁਣ ਆ ਸੁਰਜੀਤ ਜਾਣੀ ਰੋਜ਼ ਮਤਲਬ ਭਕਾਈ ਕਰਦਾ, ਕਿੰਨਾ ਬੋਲਦਾ, ਇਸ ਕਰਕੇ ਬੋਲਦਾ ਨਾ। ਜੇ ਸਾਡੇ ਵੀਰ ਗਏ ਤਾਂ, ਜਿਨ੍ਹਾਂ 'ਚ ਨਹੀਂ ਗਏ ਇਹਨਾਂ ਦੀ ਹਿੰਮਤ ਨਹੀਂ ਪਈ ਬੋਲਣ ਦੀ। ਤੋ ਇਹ ਜਿਹੜੀਆਂ ਉਹਨਾਂ ਦੇ ਸਵਾਲ ਹੈ, ਉਹਨਾਂ ਦੇ ਸਵਾਲਾਂ ਤੋਂ ਸੰਯੁਕਤ ਮੋਰਚੇ ਨੂੰ ਪਵਿੱਤਰ ਰੱਖਣ ਵਾਸਤੇ ਇਹ ਸਟੈਪ ਚੱਕਣਾ ਹੀ ਪੈਣਾ ਸੀ ਕਿ ਜਿਹੜੀਆਂ ਜਥੇਬੰਦੀਆਂ ਰਾਜਨੀਤੀ 'ਚ ਚਲੀਆਂ ਗਈਆਂ, ਜਿਹੜਾ ਐਸਐਸਐਮ ਰਾਜਨੀਤੀ ਚਲਿਆ ਗਿਆ, ਉਹਦਾ ਐਸਕੇਐਮ ਨਾਲ ਕੋਈ ਸੰਬੰਧ ਨਹੀਂ। ਅੱਛਾ, ਇੱਕ ਹੋਰ ਬਹੁਤ ਅਹਿਮ ਸਵਾਲ ਹੈ, 3 ਕਾਨੂੰਨ ਵਾਪਸ ਹੁੰਦੇ ਨੇ, ਉਹ ਵੀ ਅੰਦੋਲਨ ਤੋਂ ਪਹਿਲਾਂ ਕੋਈ ਗੱਲਬਾਤ ਚੱਲਦੀ ਪਈ ਸੀ? ਕਿਸ ਪੰਜਾਬ ਦੇ ਵਿੱਚ ਵੋਟਾਂ ਹੈਗੀਆਂ ਨੇ, ਇਲੈਕਸ਼ਨ ਨੇ, ਉਸ ਤੋਂ ਪਹਿਲਾਂ ਅੰਦੋਲਨ ਚੱਕਿਆ ਜਾਵੇ, ਇਹ ਕੋਈ ਸਰਕਾਰ ਨਾਲ ਗੱਲਬਾਤ ਚੱਲਦੀ ਸੀ? ਦੇਖੋ ਸਰਕਾਰ ਨਾਲ ਗੱਲਬਾਤ ਚੱਲਦੀ ਦੀ ਗੱਲ ਤਾਂ ਇਹ ਹੈ ਕਿ ਹੁਣ ਤਾਂ ਮਤਲਬ ਢੋਲ ਕੁੱਟੇ ਗਏ ਨਾ, ਗੱਲਾਂ ਦੀ ਕੋਈ ਗੱਲ ਰਹੀ ਨਹੀਂ ਪਰਦੇ 'ਚ। ਇੱਕ ਪੱਤਰਕਾਰ ਤੁਹਾਡੇ ਵਰਗੇ ਦੇ ਜ਼ਰੀਏ ਮੈਨੂੰ ਇੱਥੇ ਆ ਕੇ ਪਤਾ ਲੱਗਿਆ, ਉਹਨੇ ਗੱਲ ਦੱਸੀ ਕਿ ਕੋਈ ਗੱਲਬਾਤ ਚੱਲ ਰਹੀ ਹੈ ਸਰਕਾਰ ਨਾਲ। ਮੈਂ ਉਹਨਾਂ ਦਿਨਾਂ 'ਚ ਬਿਮਾਰ ਸੀ। ਉਹਦੇ ਦੱਸਣ ਤੋਂ ਬਾਅਦ ਜਦੋਂ ਸਾਡੇ ਕੋਲੇ ਉੱਥੋਂ ਤੱਕ ਗੱਲ ਆ ਗਈ ਕਿ ਉਹਨੇ ਇੱਕ ਪੱਤਰ ਲੈਟਰ ਸਾਨੂੰ ਦਿਖਾਇਆ ਵੀ ਆਹ ਲੈਟਰ ਲਿਖਿਆ ਗਿਆ ਸਰਕਾਰ ਨੂੰ, ਤਾਂ ਬੜਾ ਮਤਲਬ ਚਿੰਤਾ ਹੋਈ। ਕਿਹਨੂੰ ਲਿਖਿਆ ਸੀ ਉਹ ਲਿਖਿਆ ਗ੍ਰਹਿ ਮੰਤਰੀ ਨੂੰ, ਅਮਿਤ ਸ਼ਾਹ ਨੂੰ। ਉਹ ਪੱਤਰ ਜਿਹੜਾ ਲਿਖਿਆ ਗਿਆ, ਉਸ ਪੱਤਰ ਤੋਂ ਬੜਾ ਕਾਫੀ ਮਤਲਬ ਮਨ ਨੂੰ ਪਰੇਸ਼ਾਨੀ ਹੋਈ। ਤਾਂ ਵੀ ਬੜਾ ਅਧੂਰਾ ਫੈਸਲਾ ਹੈ, ਜੇਕਰ ਇਹਦੇ 'ਤੇ ਸਰਕਾਰ ਨੇ ਹਾਂ ਕਰਤਾ ਤਾਂ ਫਿਰ ਤਾਂ ਬੜਾ ਲਾਸ ਹੋ ਜਾਏਗਾ। ਫਿਰ ਤਾਂ ਅਸੀਂ ਮਤਲਬ ਲਿਖਿਆ ਕਿੰਨੇ ਸੀ ਪੱਤਰ ਵਾਲਾ? ਉਸ ਪੱਤਰ ਦੇ ਬਾਰੇ ਦੇ ਵਿੱਚ ਜਦੋਂ ਸਾਡੇ ਇੱਥੋਂ ਅਸੀਂ ਗਏ ਹਾਂ, ਜਾ ਕੇ ਅਸੀਂ ਮੀਟਿੰਗ ਕਰਾਈ ਹੈ। 8 ਨਵੰਬਰ ਨੂੰ ਸਾਡੀ ਮੀਟਿੰਗ ਹੁੰਦੀ ਹੈ। ਮਨਜੀਤ ਰਾਏ ਦੇ ਜਿਹੜੇ ਉਹ ਬਣਾਏ ਸੀ ਪੱਕੇ ਮਕਾਨ ਉੱਥੇ ਮੋਰਚੇ 'ਚ, ਉਹਨਾਂ ਪੱਕੇ ਮਕਾਨਾਂ 'ਚ ਉੱਥੇ ਰਾਜੇਵਾਲ ਸਾਹਿਬ ਨੇ, ਸਾਰੇ ਅਸੀਂ ਬੈਠੇ ਹਾਂ। ਉਸ ਮੀਟਿੰਗ ਦੇ ਵਿੱਚ ਰਾਜੇਵਾਲ ਸਾਹਿਬ ਸਾਡੇ ਕੋਲੇ ਇਹ ਗੱਲ ਬੜੀ ਕਲੀਅਰ, ਫਿਰ ਮਤਲਬ ਪਹਿਲਾਂ ਤਾਂ ਮੰਨੇ ਨਹੀਂ, ਹੌਲੀ ਮੰਨ ਗਏ ਵੀ ਬੈਕਡੋਰ ਤੋਂ ਗੱਲ ਚੱਲ ਰਹੀ ਹੈ। ਕੁਲਵੰਤ ਸੰਧੂ ਦਾ ਨਾਂ ਲਿਆ ਉਹਨਾਂ ਨੇ ਕਿ ਮਤਲਬ ਸਰਕਾਰ ਦੇ ਮਿਨਿਸਟਰਾਂ ਨਾਲ ਗੱਲਬਾਤ ਉਹਨਾਂ ਦੀ ਚੱਲਦੀ ਹੈ। ਹਰਮੀਤ ਕਾਦੀਆਂ ਜੀ ਵੀ ਵਿੱਚ ਬੈਠਾ ਸੀ, ਇਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਹਰਮੀਤ ਕਾਦੀਆਂ ਦੀ ਗੱਲ ਚੱਲ ਰਹੀ ਹੈ ਉਹਨਾਂ ਦੇ ਸ਼੍ਰੀ ਰਵੀ ਸ਼ੰਕਰ ਦੇ ਮਾਧਿਅਮ ਤੋਂ। ਬੂਟੇ ਬੁਰਜਗਿੱਲ ਦੀ ਗੱਲ ਚੱਲ ਰਹੀ ਹੈ ਰਾਹ ਦੇ ਚੀਫ ਤੋਂ। ਤੋ ਇਹ ਗੱਲਾਂ ਬਾਤਾਂ ਉੱਥੇ ਹੋਈਆਂ। ਫਿਰ ਉੱਥੇ ਚਿੱਠੀ ਦੀ ਗੱਲ ਵੀ ਆਈ ਜਿਹੜੀ, ਤੋ ਉੱਥੇ ਉਹਨਾਂ ਰਾਜੇਵਾਲ ਸਾਹਿਬ ਨੇ ਮਤਲਬ ਇਸ ਗੱਲ ਨੂੰ ਮੰਨਿਆ, ਸਵੀਕਾਰਿਆ। ਤੁਹਾਨੂੰ ਪਤਾ ਸੀ ਬਾਕੀ ਜਥੇਬੰਦੀਆਂ ਨੂੰ? ਨਹੀਂ, ਬਾਕੀ ਜਥੇਬੰਦੀਆਂ ਨੂੰ ਨਹੀਂ ਸੀ ਪਤਾ। ਚਿੱਠੀ ਬਾਰੇ ਕੁਝ ਨਹੀਂ ਪਤਾ ਸੀ? ਨਹੀਂ, ਮੈਨੂੰ ਨਹੀਂ ਲੱਗਦਾਗਾ, ਮੈਨੂੰ ਨਹੀਂ ਸੀ ਪਤਾਗਾ। ਹੋ ਸਕਦਾ ਹੋਰ ਜਥੇਬੰਦੀ ਨੂੰ ਕਿਸੇ ਨੂੰ ਪਤਾ ਹੋਵੇ। ਦੇਖੋ ਜਿਸ ਤਰੀਕੇ ਦੇ ਨਾਲ ਉੱਥੇ 16 ਜਥੇਬੰਦੀਆਂ 'ਚ ਮੀਟਿੰਗ 'ਚ ਗੱਲ ਹੋਈ ਹੈ ਤੇ ਮੈਂ ਉਹ ਇਸ਼ੂ ਰੱਖਿਆ ਚਿੱਠੀ ਵਾਲਾ। ਅਗਰ ਉਹਨਾਂ ਨੂੰ ਹੈਰਾਨੀ ਹੋਣੀ ਚਾਹੀਦੀ ਸੀ ਨਾ ਵੀ ਹੈ ਆਹ ਚਿੱਠੀ ਲਿਖੀ ਗਈ, ਔਰ ਸਾਡੇ ਬਾਕੀ ਸਾਰੇ ਸਾਥੀਆਂ ਨੂੰ ਕੋਈ ਹੈਰਾਨੀ ਨਹੀਂ ਸੀ ਜਦੋਂ ਮੈਂ ਇਹ ਗੱਲ ਰੱਖੀ ਵੀ ਇਹ ਚਿੱਠੀ ਕਿਉਂ ਲਿਖੀ ਗਈ। ਸਾਰੇ ਇਹਨੂੰ ਨੋਰਮਲ ਜਿਹਾ ਲੈ ਗਏ ਵੀ ਇਹ ਕੋਈ ਖਾਸ ਗੱਲ ਨਹੀਂ।
ਇਹ ਤੋਂ ਐਂ ਲੱਗਦਾ ਵੀ ਹੋ ਸਕਦਾ ਉਹਨਾਂ ਤੱਕ ਮਤਲਬ ਰਾਜੇਵਾਲ ਸਾਹਿਬ ਨੇ ਪਹਿਲਾਂ ਗੱਲ ਦੱਸਦੀ ਹੋਵੇ, ਲੇਕਿਨ ਸਾਨੂੰ ਨਹੀਂ ਸੀ ਪਤਾ ਇਸ ਗੱਲ ਦਾ। ਸਾਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ ਸੀ ਉਹਦੇ 'ਤੇ ਮਤਲਬ ਉਹਨਾਂ ਨਾਲ ਜਾ ਕੇ ਪੁੱਛਿਆ, ਉਹਨਾਂ ਨੇ ਮੰਨਿਆ ਵੀ ਹਾਂ ਇਹ ਇੱਕ ਤਰ੍ਹਾਂ ਦੀ ਜਿਹੜੀਆਂ ਗੱਲਾਂ 'ਤੇ ਸਾਡੀ ਸਹਿਮਤੀ ਹੋਈ ਹੈ ਉਹ ਚਿੱਠੀ ਸਰਕਾਰ ਨੂੰ ਲਿਖੀ ਗਈ ਹੈ। ਹੁਣ ਉਹ ਜਿਹੜੀ ਚਿੱਠੀ ਸੀ ਅਸੀਂ ਫਿਰ ਉੱਥੇ ਸਾਡਾ ਮਤਲਬ ਥੋੜ੍ਹਾ ਜਿਹਾ ਤਲਖੀ ਵੀ ਹੋਈ ਵੀ ਜੇਕਰ ਤੁਸੀਂ ਇਹ ਫੈਸਲਾ ਕਰਨਾ ਹੈ ਤਾਂ ਵੀ ਮੇਰੀ ਜਥੇਬੰਦੀ ਅਸੀਂ ਤਾਂ ਫੈਸਲਾ ਨਹੀਂ ਕਰਾਂਗੇ, ਅਸੀਂ ਤਾਂ ਆਪਦਾ ਮਤਲਬ ਮੋਰਚਾ ਲੜਾਂਗੇ ਵੀ ਤੁਸੀਂ ਉੱਥੇ ਬੈਠੋਗੇ। ਹਾਂ ਅਸੀਂ ਇੱਥੇ ਬੈਠਾਂਗੇ। ਤਾਂ ਉਹ ਇਹ ਕਹਿ ਕੇ ਮੇਰੀ ਦਵਾਈ ਵੀ ਚੱਲਦੀ ਸੀ ਉਸ ਵੇਲੇ, ਮੈਨੂੰ ਥੋੜ੍ਹਾ ਜਿਹਾ ਮਤਲਬ ਕਿਡਨੀ ਦੀ ਪ੍ਰੋਬਲਮ ਆ ਗਈ ਸੀ। ਤਾਂ ਮੈਂ ਕਿਹਾ ਵੀ ਮੈਂ ਤਾਂ ਆਪਦੀ ਦਵਾਈ ਲੈਣੀ ਹੈ ਜਾ ਕੇ, ਅਤੇ ਤੁਸੀਂ ਮਤਲਬ ਮੀਟਿੰਗ ਕਰੋ ਅਤੇ ਮੇਰਾ ਨੋਟ ਕਰ ਲਓ ਵੀ ਮੈਂ ਮਤਲਬ ਇਸ ਤੁਹਾਡੇ ਫੈਸਲੇ ਨਾਲ ਮਤਲਬ ਐਗਰੀ ਨਹੀਂ ਹਾਂ। ਤਾਂ ਉਹ ਇਹ 8 ਤਰੀਕ ਦੀ ਗੱਲ ਹੈ ਅਤੇ 19 ਤਰੀਕ ਨੂੰ ਸਰਕਾਰ ਮਤਲਬ ਅਨਾਉਂਸਮੈਂਟ ਕਰਦੀ ਹੈ ਵੀ 3 ਨੂੰ ਰੱਦ ਹੈ MSP ਨੂੰ ਛੱਡ ਕੇ। MSP ਨੂੰ MSP ਦੇ ਮੈਟਰ ਦੇ ਉੱਤੇ ਉਹ ਚਿੱਠੀ 'ਚ ਵੀ ਇਹੀ ਗੱਲ ਲਿਖੀ ਗਈ ਸੀ ਵੀ MSP ਦੇ ਉੱਤੇ ਸਰਕਾਰ ਕਮੇਟੀ ਬਣਾਏਗੀ। ਉਹ ਚਿੱਠੀ 'ਚ ਵੀ MSP ਦੇ ਉੱਤੇ ਕਮੇਟੀ ਬਣਾਉਣ ਦੀ ਗੱਲ ਲਿਖੀ ਸੀ। ਤਾਂ ਉਹ ਜਿਹੜੀ ਚਿੱਠੀ ਦੀ ਅਤੇ ਬੈਕਡੋਰ ਤੋਂ ਗੱਲਬਾਤ ਉਹ ਇੰਨੀ ਕੁ ਗੱਲ ਸਾਡੀ ਉੱਥੇ ਮੀਟਿੰਗ 'ਚ ਹੋਈ ਹੈ ਔਰ ਉਹਨੂੰ ਮਤਲਬ ਇੰਨੇ ਕੁ ਰਾਜੇਵਾਲ ਸਾਹਿਬ ਨੇ ਉੱਥੇ ਮੰਨਿਆ। ਹੁਣ ਸਿਆਸਤ ਵਿੱਚ ਆ ਗਏ ਨੇ ਜੋ ਜਥੇਬੰਦੀਆਂ ਕੱਲ ਨੂੰ ਨਹੀਂ ਜਿੱਤਦੀਆਂ 22 ਜਥੇਬੰਦੀਆਂ, ਤੁਸੀਂ ਹੁਣ ਕਹਿ ਰਹੇ ਵੀ 4 ਵਾਪਸ ਆ ਗਏ ਨੇ, 18 ਜਿੰਨੀਆਂ ਵੀ ਰਹਿ ਗਈਆਂ ਉਸ ਪਾਸੇ, ਫਿਰ ਵਾਪਸ ਲੈ ਲਓਗੇ SKM ਦੇ ਵਿੱਚ ਆ ਜਾਣਗੀਆਂ ਜਾਂ 32 ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਆ ਜਾਣਗੀਆਂ? ਦੇਖੋ ਗੱਲ ਇਹ ਹੈ, ਹੁਣ ਇੱਕ ਸਵਾਲ ਤਾਂ ਬਹੁਤ ਗੰਭੀਰ ਹੈ, ਬੜੀ ਗੰਭੀਰਤਾ ਨਾਲ ਸਾਨੂੰ ਸੋਚਣਾ ਪੈ ਰਿਹਾ ਹੈ ਇਸ ਇਸ਼ੂ ਨੂੰ ਕਿ ਇਹ ਪੋਲੀਟੀਕਲ ਹੋ ਗਏ, ਪੋਲੀਟੀਕਲ ਇੱਕ ਧਿਰ ਬਣ ਗਈ, ਪੋਲੀਟਿਕਸ ਵੱਲ ਨੂੰ ਤੁਰ ਗਏ। ਹੁਣ ਜਿਹਦੇ ਨਾਲ ਅਸੀਂ ਲੜਨਾ ਹੈ ਉਹ ਸਾਨੂੰ ਪਹਿਲੇ ਹੀ ਸਾਨੂੰ ਤਾਂ ਬਦਨਾਮ ਕਰੀ ਜਾਂਦੇ ਸੀ ਵੀ ਤੁਸੀਂ ਪੋਲੀਟਿਕਸ ਕਰਨਾ ਹੈ। ਅਗਰ ਇਹ ਸਾਡੇ ਵਿੱਚ ਦੁਬਾਰਾ ਬੈਠਦੇ ਹੈ ਤਾਂ ਸੁਭਾਵਿਕ ਹੈ ਕਿ ਸਾਡੇ 'ਤੇ ਉਹਨਾਂ ਦੇ ਉਹ ਸ਼ਬਦੀ ਵਾਰ ਬੜੇ ਜ਼ੋਰ ਨਾਲ ਹੋਣੇ, ਇਕੱਲੇ ਸ਼ਬਦੀ ਵਾਰ ਨਹੀਂ ਹੋਣੇ, ਉਹਦੇ ਵਿੱਚ ਜਿਹੜੀਆਂ ਪੋਲੀਟੀਕਲ ਧਿਰਾਂ ਹੁੰਦੀਆਂ, ਪੋਲੀਟੀਕਲ ਪਾਰਟੀਆਂ ਨੂੰ ਸਰਕਾਰਾਂ ਹਮੇਸ਼ਾ ਹੋਰ ਐਂਗਲ ਤੋਂ ਟਰੀਟ ਕਰਦੀਆਂ। ਜਿਹੜੇ ਅੰਦੋਲਨਕਾਰੀ ਹੁੰਦੇ ਆਪਦੇ ਕਿੱਤੇ ਦੀ ਲੜਾਈ ਲੜਨ ਵਾਲੇ ਆਪਦੀਆਂ ਮੰਗਾਂ ਲੈ ਕੇ ਲੜ ਰਹੇ ਹੁੰਦੇ ਨਾ, ਉਹਨਾਂ ਨੂੰ ਸਰਕਾਰ ਨੂੰ ਹੋਰ ਐਂਗਲ ਤੋਂ ਟਰੀਟ ਕਰਨਾ ਪੈਂਦਾ ਹੈ। ਤਾਂ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਕਿ ਮੋਰਚਾ ਕਿਵੇਂ ਬਚਾ ਕੇ ਰੱਖਣਾ ਹੈ, ਫੈਸਲਾ ਲੈਣਾ ਨਾ ਲੈਣਾ ਇਹ ਤਾਂ ਮੇਰੇ ਹੱਥ 'ਚ ਨਹੀਂ ਹੈ, ਇਹ ਤਾਂ SKM ਬਹੁਤ ਵੱਡਾ ਹੈ। ਜੇ ਮਤਲਬ ਪਾਸੇ ਕੀਤਾ ਹੈ ਇਹਨਾਂ ਜਥੇਬੰਦੀਆਂ ਤੋਂ ਕਿਨਾਰਾ ਕਰਨਾ ਪਿਆ ਤਾਂ ਉਹ ਵੀ ਮੋਰਚੇ ਨੇ ਸੋਚ ਕੇ ਫੈਸਲਾ ਲੈ ਕੇ ਕੀਤਾ ਹੈ। ਜੇ ਲੈਣਾ ਕੱਲ੍ਹ ਨੂੰ ਤਾਂ ਮੋਰਚੇ ਨਹੀਂ ਬੈਠ ਕੇ ਮਤਲਬ SKM ਦੀ ਮੀਟਿੰਗਾਂ ਵਿੱਚ ਹੁਣ ਜਾਣਗੇ? ਨਹੀਂ, ਮੇਰਾ ਖਿਆਲ ਹੈ SKM ਦੀਆਂ ਮੀਟਿੰਗਾਂ ਦੇ ਨਾਲ ਉਹਨਾਂ ਦੀ ਕੋਈ ਮਤਲਬ ਨਹੀਂ ਰਹਿ ਗਿਆ। ਇਹਨਾਂ ਨੂੰ ਮਤਲਬ 4 ਮਹੀਨੇ ਤੇ ਕਲੀਅਰ ਇਹ ਕਿਹਾ ਹੈ ਕਿ ਬਈ ਅਪ੍ਰੈਲ ਦੇ ਵਿੱਚ ਜਾ ਕੇ ਇਹਦੇ 'ਤੇ ਵਿਚਾਰ ਕਰਾਂਗੇ ਦੁਬਾਰਾ ਕਿ ਤੁਸੀਂ ਜੋ ਕੀਤਾ ਉਹ ਸਾਰਾ ਕੁਛ, ਜਿਵੇਂ ਆ ਚਿੱਠੀ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਆ, ਇਹ ਵੀ ਏਜੰਡਾ ਉਹਦੇ ਵਿੱਚ ਮਤਲਬ ਅਪ੍ਰੈਲ ਦੇ ਵਿੱਚ ਮਤਲਬ ਵਿਚਾਰ ਚਰਚਾ ਦੇ ਵਿੱਚ ਆਉਣਾ ਹੈ। ਹੁਣ ਗੱਲ ਕਰੀਏ ਵੀ ਜਿਹੜਾ ਕਾਡਰ ਹੈ 22 ਜਥੇਬੰਦੀਆਂ ਦਾ, 22 ਮੰਨ ਕੇ ਚੱਲਦੇ ਆ ਕਿਉਂਕਿ ਤੁਸੀਂ 4 ਕਹਿ ਰਹੇ ਹੋ, ਜਿਹੜੇ 22 ਜਥੇਬੰਦੀਆਂ ਦਾ ਕਾਡਰ ਹੈ ਹੁਣ ਉਹ ਕਿਹੜੇ ਪਾਸੇ ਜਾਊਗਾ? ਕਿਉਂਕਿ ਕੱਲ੍ਹ ਨੂੰ ਫਿਰ ਆ ਜਾਂਦੀ ਹੈ ਕਾਨੂੰਨ ਆ ਜਾਂਦੇ ਨੇ, ਫਿਰ ਉਹ ਕਾਡਰ ਕੀ ਕਰੂਗਾ ਜੋ 22 ਜਥੇਬੰਦੀਆਂ ਦਾ? ਉਹ ਤੁਹਾਡੇ ਨਾਲ ਜਾਊਗਾ, ਉਹ ਕਿਵੇਂ ਫਿਰ ਅੱਗੇ ਜਾ ਕੇ ਮੋਰਚੇ ਜਾਂ ਅੰਦੋਲਨ ਕਰੂਗਾ? ਦੇਖੋ ਕਾਡਰ ਵਾਲੇ ਗੱਲ ਜਿਹੜੀ ਪਬਲਿਕ ਦੀ ਗੱਲ ਹੈ ਨਾ, ਮੈਨੂੰ ਪਬਲਿਕ ਵੱਲੋਂ ਕੋਈ ਇਹੋ ਜਿਹੀ ਗੱਲ ਲੱਗ ਨਹੀਂ ਰਹੀ ਕਿ ਉਹ ਮੋਰਚੇ ਦੇ ਵਿੱਚ ਅਗਰ ਜਦੋਂ ਵੀ ਮਤਲਬ ਅਸੀਂ ਆਵਾਜ਼ ਦੇਵਾਂਗੇ, ਤੁਸੀਂ ਨੋਟ ਕਰਿਓ ਗੱਲ ਇੱਕ, ਅਸੀਂ ਇੱਕ ਹੋਕਾ ਦਿੱਤਾ ਕਿ 5 ਜਨਵਰੀ ਨੂੰ ਇੱਥੇ ਪ੍ਰਧਾਨ ਮੰਤਰੀ ਫਿਰੋਜ਼ਪੁਰ ਆ ਰਿਹਾ ਹੈ, ਇਹਦਾ ਵਿਰੋਧ ਕਰਨਾ ਹੈ। ਔਰ ਬੜਾ ਇੱਕ ਸਿੰਬੋਲਿਕ ਵਿਰੋਧ ਸੀਗਾ ਸਾਡਾ ਉਹ, ਕਿ ਮਤਲਬ ਸਾਡਾ ਮੈਸੇਜ ਆਵੇ ਕਿ ਵਿਰੋਧ ਹੋਇਆ ਪ੍ਰਧਾਨ ਮੰਤਰੀ ਦਾ ਔਰ ਬੜੇ ਵਧੀਆ ਢੰਗ ਨਾਲ ਮਤਲਬ ਪੀਸਫੁਲੀ ਹੋਵੇ। ਲੋਕਾਂ ਨੇ ਉਵੇਂ ਕੀਤਾ ਹੈ ਔਰ ਪੂਰੇ ਪੰਜਾਬ 'ਚ ਹੋਇਆ। ਕੋਈ ਇੱਕ ਐਸਾ ਜ਼ਿਲ੍ਹਾ ਜਾਂ ਐਸਾ ਬਲਾਕ, ਐਸਾ ਤਹਿਸੀਲ ਨਹੀਂ ਰਹੀ ਜਿੱਥੇ ਉਹ ਮਤਲਬ ਪ੍ਰੋਟੈਸਟ ਨਾ ਹੋਇਆ ਹੋਵੇ। ਇਹਦਾ ਮਤਲਬ ਲੋਕ ਤਾਂ ਲੜਾਈ ਲੜ ਰਹੇ ਆ ਨਾ, ਲੋਕ ਕਿਸੇ ਵੀ ਕੈਡਰ 'ਚ ਬੈਠੇ ਹੋਣ, ਕਿਸੇ ਦੀ ਜਥੇਬੰਦੀ ਦਾ ਕੈਡਰ ਹੋਣ, ਲੋਕ ਇਹਨਾਂ ਦੇ ਨਾਲੋਂ ਸਾਰਿਆਂ ਨਾਲੋਂ ਲੜਾਈ ਨੂੰ ਤਰਜੀਹ ਦੇ ਰਹੇ ਆ। ਲੋਕ ਲੜਨਗੇ, ਜਦੋਂ ਵੀ ਅਸੀਂ ਲੜਾਂਗੇ ਲੋਕ ਸਾਡੇ ਨਾਲ ਮਤਲਬ ਉੱਥੇ ਜਾ ਕੇ ਬਹਿਣਗੇ। ਹੁਣ ਇਹਨਾਂ 22 ਜਥੇਬੰਦੀਆਂ ਦੀ ਗੱਲ ਕਰ ਲਈਏ ਕਿ ਕੱਲ੍ਹ ਲੋਕ ਇਹਨਾਂ ਨਾਲ ਚੱਲਣਗੇ, ਚਲੋ ਠੀਕ ਆ, ਉਹ ਕਾਡਰ ਤੁਹਾਡੇ ਨਾਲ ਜੁੜ ਗਿਆ ਕਿ 22 ਜਥੇਬੰਦੀ ਨਾਲ ਲੋਕ ਚੱਲਣਗੇ, ਉਹੀ ਕਾਡਰ ਚੱਲੂਗਾ ਇਹਨਾਂ ਨਾਲ? ਨਹੀਂ, ਇਹ ਤੇ ਕਾਡਰ ਤੇ ਡਿਪੈਂਡ ਕਰਦਾ ਹੁੰਦਾ, ਆਪਦੇ ਕਾਡਰ ਨੂੰ ਕਿਸ ਤਰ੍ਹਾਂ ਲੋਕ ਕੁਛ ਨਾ ਸੋਚਣਗੇ ਨਾ, ਸੋਚਦੇ ਹੋਣਗੇ। ਕਾਡਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਤਾਂ ਕਾਡਰ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਹੜੇ ਇੰਡੀਪੈਂਡੈਂਟ ਸੋਚਦੇ ਹੁੰਦੇ ਆ, ਇੱਕ ਹੁੰਦੇ ਨੇ ਜਿਹੜੇ ਮਤਲਬ ਉਸ ਜਥੇਬੰਦੀ ਦੀ ਮਤਲਬ ਸੋਚ ਨੂੰ ਹੀ ਅਪਣਾ ਕੇ ਚੱਲੇ ਹੁੰਦੇ ਆ। ਹੁਣ ਮੰਨ ਲਓ ਮੇਰੀ ਜਥੇਬੰਦੀ ਹੈ, ਸਾਡੀ ਜਥੇਬੰਦੀ ਦੇ ਵਿੱਚ ਤਾਂ ਬੜਾ ਸਪਸ਼ਟ ਹੈ ਇਹ ਕਿ ਅਸੀਂ ਚੋਣਾਂ 'ਚ ਭਾਗ ਨਹੀਂ ਲੈਣਾ। ਸਾਡਾ ਤਾਂ ਹੇਠਾਂ ਤੋਂ ਲੈ ਕੇ ਤਾਂ ਤੱਕ ਸਾਰੇ ਬੰਦੇ ਮਤਲਬ ਇਸੇ ਗੱਲ ਨਾਲ ਬੱਝੇ ਹੋਏ ਵੀ ਚੋਣਾਂ 'ਚ ਭਾਗ ਨਹੀਂ ਲੈਣਾ। ਅਗਰ ਸਾਡੇ 'ਚੋਂ ਕੋਈ ਬੰਦਾ ਕੱਲ੍ਹ ਨੂੰ ਉੱਠ ਕੇ ਆ ਕੇ ਚੋਣਾਂ 'ਚ ਭਾਗ ਲੈਣਾ ਜਾਂ ਇਲੈਕਸ਼ਨ ਲੜਨ ਦੀ ਗੱਲ ਕਰੇਗਾ, ਸਾਡਾ ਤਾਂ ਕਾਡਰ ਸਾਰਾ ਨਾਲ ਦੀ ਨਾਲ ਮਤਲਬ ਸਾਈਡਲਾਈਨ ਹੋ ਜਾਊਗਾ।
ਲੇਕਿਨ ਜਿਹੜੇ ਬੰਦਿਆਂ ਨੂੰ ਕੁਛ ਨੂੰ ਅਸੀਂ ਤਿਆਰ ਕਰਕੇ ਰੱਖਿਆ ਹੋਊਗਾ, ਜਾਂ ਹੁਣ ਮਤਲਬ ਰਾਜੇਵਾਲ ਸਾਹਿਬ ਨੇ ਜਾਂ ਕੋਈ ਵੀ ਮੰਨ ਲਓ ਕਿਸੇ ਤੇ ਵੀ ਲੈ ਲਓ, ਕਿਸੇ ਦਾ ਨਾਂ ਲੈਣ ਦੀ ਲੋੜ ਨਹੀਂ ਹੈ। ਅਗਰ ਕੋਈ ਵੀ ਲੀਡਰ ਆਪਦੇ ਕਾਡਰ ਨੂੰ ਜਿੰਨੇ ਕੁ ਨੂੰ ਤਿਆਰ ਕਰਕੇ ਰੱਖਿਆ ਵੀ ਆਪਾਂ ਇਲੈਕਸ਼ਨ ਲੜਨੀ ਹੈ, ਉਹ ਮਾਨਸਿਕ ਤੌਰ ਤੇ ਪ੍ਰਪੇਅਰ ਨੇ, ਤਾਂ ਉਹਨਾਂ ਦਾ ਕਾਡਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮਤਲਬ ਕਿਸੇ ਪੋਲੀਟੀਕਲ ਧਿਰ ਦਾ ਸਹਿਯੋਗ ਕਰਦੇ ਰਹੇ, ਉਹਨੂੰ ਸਮਰਥਨ ਦਿੰਦੇ ਰਹੇ, ਉਹਨਾਂ ਦੇ ਕਾਡਰ ਨੂੰ ਇੱਕ ਸੁਭਾਅ ਬਣਿਆ ਹੁੰਦਾ। ਉਨੇ ਕੁ ਲੋਕ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਆ ਜਿਹੜੇ ਉਸ ਸੋਚ ਨੂੰ ਅਪਣਾ ਚੁੱਕੇ ਹੁੰਦੇ ਆ। ਲੇਕਿਨ ਜਿਹੜੇ ਇੰਡੀਪੈਂਡੈਂਟ ਸੋਚਦੇ ਹੁੰਦੇ ਆ, ਉਹ ਮੇਰਾ ਖਿਆਲ ਆ ਉਹ ਅੰਦੋਲਨ ਨਾਲ। ਰਾਜਾ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਸਾਡੇ ਲੋਕ ਨੇ, ਜੇ ਕਿਸਾਨਾਂ ਦੀ ਪਾਰਟੀ ਆਈ ਹੈ, ਤੁਹਾਡੀ ਗੱਲ ਕਰ ਲਈਏ, ਜੋ 10 ਜਥੇਬੰਦੀਆਂ ਬਾਹਰ ਹੈਗੀਆਂ ਨੇ, ਉਹ ਕਹਿੰਦੇ ਵੋਟ ਸਾਨੂੰ ਨਹੀਂ ਕਰਨਗੇ, ਫਿਰ ਕਿਹਨੂੰ ਕਰਨਗੇ? ਅਸੀਂ ਕਿਸਾਨੀ ਪਾਰਟੀ ਹਾਂ, ਕਿਸਾਨ ਸਾਡਾ ਮਿੱਤਰ ਹੈ, ਸਾਨੂੰ ਹੀ ਵੋਟ ਜਾਊਗੀ, ਫਿਰ ਤੁਸੀਂ ਵੀ ਅੰਦਰ ਖਾਤੇ ਸਪੋਰਟ ਕਰੋਗੇ? ਨਹੀਂ, ਦੇਖੋ ਅੰਦਰ ਖਾਤੇ ਅਸੀਂ ਸਪੋਰਟ ਕਿਸੇ ਨੂੰ ਨਹੀਂ, ਅੰਦਰ ਖਾਤੇ ਨਾ ਬਾਹਰ ਖਾਤੇ ਅਸੀਂ ਸਪੋਰਟ ਕਿਸੇ ਨੂੰ ਨਹੀਂ ਕਰਨੀ। ਜੋ ਤੁਹਾਡਾ ਕੈਡਰ ਵੋਟ ਪਾ ਦੂਗਾ ਕਿਸਾਨੀ, ਸਾਡਾ ਪਹਿਲੀ ਤਾਂ ਗੱਲ ਹੈ ਵੀ ਸਾਡਾ ਕੈਡਰ ਵੋਟ ਨਹੀਂ ਪਾਉਂਦਾ, ਮੈਨੂੰ ਜਿੰਨੇ ਕੁ ਮੈਨੂੰ ਸਮਝ ਲੱਗ ਰਹੀ ਹੈ, ਕਿਉਂਕਿ ਸਾਡੇ ਨਾਲ ਤਾਂ ਪਹਿਲਾਂ ਹੀ ਸਾਡੇ ਕੈਡਰ ਨੂੰ ਤਾਂ ਇੰਨਾ ਨਾਰਾਜ਼ ਕਰ ਲਿਆ ਕਿ ਉਹਨਾਂ ਨੂੰ ਤਾਂ ਮਤਲਬ ਗੁੱਸੇ 'ਚ ਇੰਨੇ ਨੇ। ਉਹ ਤਾਂ ਇਹ ਜਿੱਦੇ ਇਹਨਾਂ ਨੇ RSS ਤੇ ਫਲਾਨਾ ਧੌਂਕਾ ਗੱਲਾਂ ਕੀਤੀਆਂ ਰਾਜੇਵਾਲ ਸਾਹਿਬ ਨੇ, ਉਸ ਤੁਹਾਡੇ ਬਾਰੇ ਕਿਹਾ ਜੋ, ਹਾਂ, ਉਹਦੇ 'ਚ ਸਾਡੇ ਕੈਡਰ ਨੂੰ ਬਹੁਤ ਮਤਲਬ ਨਾਰਾਜ਼ਗੀ ਸੀ ਉਸ ਗੱਲ ਦੀ। ਉਹ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਯਾਰ ਨਾ ਕੁਛ ਨਹੀਂ ਗੱਲ ਕਰਨੀ, ਆਪਾਂ ਇਹਨਾਂ ਨੂੰ ਕੁਛ ਨਾ ਕਹੋ ਤੁਸੀਂ। ਸਾਡਾ ਕੈਡਰ ਤਾਂ ਮਤਲਬ ਰਾਜੇਵਾਲ ਸਾਹਿਬ ਨੂੰ ਬਹੁਤ ਗਾਂਹ ਟੱਪ ਕੇ ਵਿਰੋਧ ਕਰਨ ਨੂੰ ਤਿਆਰ ਹੋ ਗਿਆ ਸੀ, ਪਰ ਨਹੀਂ, ਮੈਂ ਕਿਹਾ ਵੀ ਆਪਾਂ ਹੁਣ ਦੇਖੋ ਉਹਨਾਂ ਨੇ ਪਾਰਟੀ ਬਣਾ ਲਈ, ਆਪਾਂ ਅਗਰ ਤੁਸੀਂ ਵਿਰੋਧ ਕਰੋਗੇ ਤਾਂ ਸਾਰਾ ਭਾਂਡਾ ਤੁਹਾਡੇ ਸਿਰ ਫੁੱਟੇਗਾ ਕਿ ਵੀ ਸਿੱਧੂਪੁਰ ਵਾਲਿਆਂ ਨੇ ਵਿਰੋਧ ਕਰਕੇ ਸਾਨੂੰ ਮਤਲਬ ਹਰਾਇਆ, ਅਸੀਂ ਜਿੱਤ ਜਾਣਾ ਸੀਗਾ। ਤੋ ਇਸ ਕਰਕੇ ਸਾਡੇ ਕੈਡਰ ਦਾ ਨਹੀਂ ਹੈ, ਉਹਨੂੰ ਅਸੀਂ ਰੋਕ ਲਿਆ। ਹੁਣ ਵੋਟ ਜੇ ਕਿਸੇ ਨੇ ਪਾਉਣੀ, ਅੱਜ ਵੀ ਜੇ ਕੋਈ ਪਾਉਣੀ ਚਾਹੁੰਦਾ ਰਾਜੇਵਾਲ ਨੂੰ ਤਾਂ ਪਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੁਹਾਡਾ ਕੈਡਰ, ਸਾਨੂੰ ਕੋਈ ਦਿੱਕਤ ਨਹੀਂ ਹੈ ਕਿਸੇ ਨੂੰ, ਅਸੀਂ ਕਿਸੇ ਨੂੰ ਕਹਿਣਾ ਹੀ ਨਹੀਂ ਵੀ ਕਿਹਨੂੰ ਵੋਟ ਪਾਉਣੀ ਹੈ। ਹੁਣ ਕੈਡਰ ਤਾਂ ਮੇਰੇ ਨਾਲੋਂ ਜ਼ਿਆਦਾ ਇਸ ਗੱਲ 'ਚ ਹੈ ਕਿ ਇਹ ਹੁਣ ਸਾਡੇ ਫਰੀਦਕੋਟ 'ਚ ਲੈ ਲਓ, ਆਪਣੇ ਫਰੀਦਕੋਟ ਦੇ ਵਿੱਚ ਜਿਹੜੀਆਂ ਟਿਕਟਾਂ ਦਿੱਤੀਆਂ ਹੈ, ਇੱਕ ਤਾਂ ਅਕਾਲੀ ਦਲ ਦਾ ਬੰਦਾ ਹੈ ਕੋਟਕਪੂਰੇ ਤੋਂ ਜਿਹਨੂੰ ਟਿਕਟ ਦਿੱਤੀ ਹੈ, ਇੱਕ ਜਿਹਨੂੰ ਮਤਲਬ ਟਿਕਟ ਦਿੱਤੀ ਹੈ ਇਹਨਾਂ ਨੇ ਜੈਤੋ ਤੋਂ, ਉਹ ਆਪ ਦਾ ਬੰਦਾ ਹੈ। ਹੁਣ ਉਹ ਕੈਡਰ ਦੇ ਵਾਸਤੇ ਤਾਂ ਇਹ ਹੈ ਨਾ ਵੀ ਮੇਰੇ ਤਾਂ ਮਤਲਬ ਅਸੀਂ ਅਕਾਲੀਆਂ ਨੂੰ ਤਾਂ ਮਤਲਬ ਗਾਲਾਂ ਕੱਢਦੇ ਨੇ ਤੇ ਅਸੀਂ ਅਕਾਲੀਆਂ ਨੂੰ ਵੋਟ ਕਿਵੇਂ ਪਾ ਦਈਏ? ਤਾਂ ਲੋਕਾਂ ਦੇ ਵਿੱਚ ਆਪਣੇ ਆਪ ਉਸ ਚੀਜ਼ ਦਾ ਮਤਲਬ ਵਿਰੋਧ, ਗੁੱਸਾ ਮਤਲਬ ਹੈਗਾ। ਹੁਣ ਖੰਨੇ ਤੋਂ ਰੌਲਾ ਪਈ ਜਾਂਦਾ। ਕੱਲ੍ਹ ਪਰਸੋਂ ਮੈਂ ਵੇਖਿਆ ਸੀਗਾ ਫੇਸਬੁੱਕ ਦੇ ਉੱਤੇ ਕੁਛ ਲੋਕ ਮਤਲਬ ਰਾਜੇਵਾਲ ਸਾਹਿਬ ਦੇ ਖਿਲਾਫ ਨਾਅਰੇਬਾਜ਼ੀ ਕਰੀ ਜਾਂਦੇ ਸੀ। ਉਹਨਾਂ ਦਾ ਕੀ ਗੱਲ ਸੀ? ਉਹ ਕਹਿੰਦੇ ਵੀ ਜਿਹੜਾ ਇੱਥੇ ਬੰਦਾ ਤਾਰਤਾ, ਇਹ 5 ਤਰੀਕ ਨੂੰ ਤਾਂ ਮੋਦੀ ਦੀ ਰੈਲੀ ਦੇ ਵਿੱਚ ਗੱਡੀਆਂ ਬੱਸਾਂ ਲੈ ਕੇ ਜਾਂਦਾ ਹੈ, ਔਰ ਅੱਜ ਇਹਨੇ ਮਤਲਬ ਸਾਡਾ ਕਿਸਾਨ ਲੀਡਰ ਬਣਾ ਕੇ ਸਾਡੇ ਸਿਰ 'ਤੇ ਬਾਤਾ ਵੀ ਇਹਨਾਂ ਨੂੰ ਵੋਟਾਂ ਪਾਓ। ਤਾਂ ਜਿਹੜੀ BJP ਦੇ ਲੋਕ ਖਿਲਾਫ ਰਹੇ ਉਹਨੂੰ ਵੋਟਾਂ ਕਿਵੇਂ ਪਾ ਦੇਣਗੇ ਲੋਕ? ਲੋਕਾਂ ਦਾ ਅੰਦਰ ਉਹਦੇ ਤੋਂ ਦੁਖੀ ਹੈ। ਤਾਂ ਇਹ ਲੋਕਾਂ ਦੀ ਆਪਣੇ ਆਪ ਜਿਹੜੀ ਮਤਲਬ ਅਵਸਥਾ ਬਣੀ ਹੈ, ਸੋਚ ਬਣੀ ਹੈ, ਇਹ ਉਹ ਹੈ। ਲੇਕਿਨ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਾਂਗੇ। ਅਸੀਂ ਕੋਈ ਕਿਸੇ ਨੂੰ ਮਤਲਬ ਨਾ ਹਮਾਇਤ ਕਰਾਂਗੇ, ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਹਾਂ। ਕਰੋਗੇ ਕੀ ਫਿਰ? ਸਵਾਲ ਤਾਂ ਇਹੀ ਹੁੰਦਾ, ਤੁਸੀਂ ਕਰੋਗੇ ਕੀ? ਅੱਛਾ, ਤੁਸੀਂ ਨੋਟਾ ਬਟਨ ਆਪਾਂ ਨੂੰ ਕਿਉਂ ਨਹੀਂ ਕਹਿੰਦੇ? ਜੇ ਇਹਨਾਂ ਵਿਰੋਧ ਕਰਨੇ ਹੋ, ਨਾ ਇਹ ਕਹਿੰਦੇ ਹੋ ਜਾ ਕੇ ਵੀ ਇਹ ਵੋਟਾਂ ਪਾਓ, ਫਿਰ ਕਰਨਾ ਕੀ ਹੈ? ਜਾਂ ਨੋਟਾ ਕਿਉਂ ਨਹੀਂ? ਦੇਖੋ ਗੱਲ ਕੀ ਹੈ, ਹਜੇ ਤੱਕ ਸਾਡੀ ਸੁਸਾਇਟੀ, ਸਾਡੇ ਲੋਕ ਇੰਨੀ ਸਮਝ ਅਪਣਾਉਣ ਜੋਗਰੇ ਨਹੀਂ ਹੋਏ, ਕਿਉਂਕਿ ਜਿਹੜਾ ਸਾਡਾ ਕੈਡਰ ਹੁੰਦਾ ਨਾ ਜੀ, ਕੈਡਰ ਦੇ ਵਿੱਚ ਕਿਤੇ ਨਾ ਕਿਤੇ ਹਰ ਵਿਚਾਰਧਾਰਾ ਦੇ ਲੋਕ ਨੇ। ਕੋਈ ਅਕਾਲੀ ਮਾਈਂਡ ਦਾ ਵੀ ਸਾਡੇ ਵਿੱਚ ਬੈਠੇ ਹੋਣਗੇ ਲੋਕ, ਕਾਂਗਰਸ ਮਾਈਂਡ ਦੇ ਵੀ ਬੈਠੇ ਹੋਣਗੇ, ਆਪ ਵਾਲਿਆਂ ਦੇ ਬੰਦੇ ਵੀ ਬੈਠੇ ਹੋਣਗੇ, ਬਸਪਾ ਦੇ ਲੋਕ ਵੀ ਬੈਠੇ ਹੋਣਗੇ, ਭਾਜਪਾ ਦੇ ਕੋਈ ਜਨ ਦਾ ਸਮਰਥਕ ਵੀ ਹੋ ਸਕਦਾ ਸਾਡੇ ਵਿੱਚ ਕੋਈ ਬੈਠਾ ਹੋਵੇ, ਹੈ ਨਾ। ਸਾਰੇ ਵਿਚਾਰਾਂ ਦੇ ਲੋਕ ਬੈਠੇ ਹੋਣਗੇ। ਜਿਹੜੇ ਹੁਣ ਉਹ ਲੋਕ ਬੈਠੇ ਨੇ, ਸਾਡੇ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਰਾਈਟ ਦਿੱਤਾ ਹੈ, ਆਪਣੀ ਸਰਕਾਰ ਚੁਣਨ ਦਾ ਰਾਈਟ ਦਿੱਤਾ ਹੈ। ਉਹ ਸਾਡਾ ਕੈਡਰ ਨੂੰ ਅਸੀਂ ਇੱਕ ਪੂਰਾ ਸੰਪੂਰਨ ਇੱਕ ਕੈਡਰ ਇੱਕ ਸੋਚਦਾ ਬਣ ਜੇ ਨਾ, ਉਦੋਂ ਤਾਂ ਆ ਜੂਗੀ ਗੱਲ ਵੀ ਨੋਟਾਂ ਨੱਪ ਦਿਓ ਹੁਣ। ਇਹ ਉਦੋਂ ਦੀਆਂ ਗੱਲਾਂ ਨੇ। ਅੱਜ ਹਜੇ ਸਾਡਾ ਕੈਡਰ ਹੈ ਜਿਹੜਾ ਕੈਡਰ ਤੇ ਸਧਾਰਨ ਕੈਡਰ ਹੈ, ਕੈਡਰ ਇਸ ਸੋਚ ਵਾਲਾ ਨਹੀਂ ਹੁੰਦਾ। ਤਾਂ ਇਸ ਕਰਕੇ ਜਥੇਬੰਦੀ ਨੇ ਮਤਲਬ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਸਮਰਥਨ ਨਾ ਕਰਨ ਵਾਲਾ ਜਿਹੜਾ ਸਾਡਾ ਫੈਸਲਾ ਹੈ, ਲੋਕ ਇੰਡੀਪੈਂਡੈਂਟ ਨੇ, ਲੋਕਾਂ ਨੂੰ ਸੰਵਿਧਾਨ ਨੇ ਰਾਈਟ ਦਿੱਤਾ ਹੈ ਵੋਟ ਪਾਉਣ ਦਾ, ਉਹ ਆਪਦੇ ਮਤਲਬ ਰਾਈਟ ਦੀ ਇਸਤੇਮਾਲ ਕਰਨ। ਲਖੀਮਪੁਰ ਖੀਰੀ ਲਈ ਤੁਸੀਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਜਾ ਕੇ ਮੋਰਚਾ ਲਗਾਉਣਾ ਪੈ ਗਿਆ ਤਾਂ ਲਗਾਵਾਂਗੇ। ਮੋਰਚਾ ਲਗਾਓਗੇ ਲਖੀਮਪੁਰ ਖੀਰੀ? ਹਾਂ, ਸਾਡੀ ਅੱਜ ਹੀ ਸੁਬਾਹ ਮਤਲਬ ਮੀਟਿੰਗ ਹੋਈ ਹੈ, ਦੁਬਾਰਾ ਫਿਰ ਇੱਕ ਮੀਟਿੰਗ ਰੱਖੀ ਹੈ 3 ਤਰੀਕ ਦੀ, ਦਿੱਲੀ ਹੋਣੀ ਹੈ। ਉਸ ਮੀਟਿੰਗ ਦੇ ਵਿੱਚ ਲਖੀਮਪੁਰ ਖੀਰੀ ਦੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਉਹ ਸਾਰੀ ਸਿਚੁਏਸ਼ਨ ਨੂੰ ਮਤਲਬ ਲੈ ਕੇ ਧਿਆਨ ਦੇ ਵਿੱਚ ਤੋਂ ਮੋਰਚੇ ਲਾਉਣ ਵਾਸਤੇ ਹੀ ਮਤਲਬ ਮੀਟਿੰਗ ਹੈ ਕਿ ਹੁਣ ਮੋਰਚਾ ਕਿਸ ਤਰ੍ਹਾਂ ਲਾਇਆ ਜਾਵੇ, ਕਿਵੇਂ ਦਾ ਲਾਇਆ ਜਾਵੇ, ਕਿੱਥੋਂ ਕਿਵੇਂ ਲੋਕ ਉੱਥੇ ਲਿਜਾ ਕੇ ਮੋਰਚੇ ਨੂੰ ਤੋਰਿਆ ਜਾਵੇਗਾ, ਅੰਦੋਲਨ ਕਿਵੇਂ ਦਾ ਹੋਵੇ, ਜਿਹੜਾ ਅਸੀਂ ਉਹ ਮਤਲਬ ਲਖੀਮਪੁਰ ਵਾਲਿਆਂ ਨੂੰ ਇਨਸਾਫ ਵੀ ਦਿਵਾ ਲਈਏ, ਔਰ ਜਿਹੜੀ BJP ਦੇ ਉੱਤੇ ਦੂਜੀਆਂ ਮੰਗਾਂ ਨੂੰ ਲੈ ਕੇ ਪ੍ਰੈਸ਼ਰ ਬਣਾਉਣਾ ਹੈ, ਉਹ ਵੀ ਅਸੀਂ ਪ੍ਰੈਸ਼ਰ ਕਿਵੇਂ ਬਿਲਟ ਕਰ ਸਕੀਏ। ਕਿਉਂਕਿ ਇਕੱਲਾ ਧਰਨਾ ਦੇ ਕੇ ਬੈਠਣ ਨਾਲ
ਹੋ ਸਕਦਾ ਉਹ ਪ੍ਰੈਸ਼ਰ ਨਾ ਬਣੇ ਜਿਹੜਾ ਮਤਲਬ ਮਿਸ਼ਨ ਯੂਪੀ ਚਲਾ ਕੇ ਮਤਲਬ ਪ੍ਰੈਸ਼ਰ ਬਣਨਾ ਇਹ ਉਸ ਮੀਟਿੰਗ ਦੇ ਵਿੱਚ ਇੰਡੀਵਿਜੂਅਲੀ ਮੀਟਿੰਗ ਹੋਏਗੀ ਸਾਡੀ ਉਹਦੇ ਵਿੱਚ ਜਿਹੜੀ ਫਿਜ਼ੀਕਲੀ ਮੀਟਿੰਗ ਦੇ ਵਿੱਚ ਬੈਠ ਕੇ ਕਰਾਂਗੇ। ਤੁਸੀਂ ਪੱਛਮੀ ਬੰਗਾਲ ਦੇ ਵਿੱਚ ਵੋਟ ਦੀ ਚੋਟ ਦਾ ਨਾਅਰਾ ਦਿੱਤਾ ਸੀ, ਪੰਜਾਬ ਤੇ ਯੂਪੀ 'ਚ ਕਿਉਂ ਨਹੀਂ ਦੇ ਰਹੇ? ਨਹੀਂ ਯੂਪੀ ਦੇ ਵਿੱਚ ਸਾਡਾ ਆਲਰੇਡੀ ਦਿੱਤਾ ਹੋਇਆ ਹੈ, ਇਸ ਨਹੀਂ ਪੰਜਾਬ 'ਚ ਕਿਉਂ ਨਹੀਂ ਵੋਟ ਦੀ ਚੋਟ? ਪੰਜਾਬ ਦੇ ਵਿੱਚ ਤਾਂ ਦੇਖੋ ਬੀਜੇਪੀ ਦਾ ਹੈ ਹੀ ਕੁਛ ਨਹੀਂ ਜੀ। ਪੰਜਾਬ ਦੇ ਵਿੱਚ ਬੀਜੇਪੀ ਦੇ ਪੱਲੇ ਕੀ ਹੈ? ਬੀਜੇਪੀ ਨੂੰ ਲੋਕ ਘਰੋਂ ਦਾ ਬਾਹਰ ਨਹੀਂ ਨਿਕਲਣ ਦਿੰਦੇ। ਬਾਕੀ ਪਾਰਟੀਆਂ ਤਾਂ ਹੈਗੀਆਂ ਨਾ। ਹਾਂ ਬਾਕੀ ਪਾਰਟੀਆਂ ਹੋਰ ਨੇ। ਵਿਰੋਧ ਸਭ ਦਾ ਸੀ। ਜੇ ਤੁਸੀਂ ਕਿਸੇ ਪਾਰਟੀ ਨੂੰ ਚੜ੍ਹਨ ਨਹੀਂ ਦੇ ਰਹੀ ਸੀ ਸਟੇਜ ਉੱਤੇ, ਫਿਰ ਵਿਰੋਧ ਸਭ ਦਾ ਹੀ ਹੋ ਗਿਆ ਨਾ, ਸਾਰੀ ਪਾਰਟੀਆਂ ਦਾ ਵੀ। ਵੋਟ ਦੀ ਚੋਟ ਪੰਜਾਬ 'ਚ ਵੀ ਤਾਂ ਕਹਿ ਹੀ ਸਕਦੇ ਹੋ। ਨਹੀਂ ਵੋਟ ਦੀ ਚੋਟ ਦੇ ਨਾਲੋਂ ਮਤਲਬ ਅਸੀਂ ਇੱਥੇ ਇਹ ਰੱਖਿਆ ਹੋਇਆ ਹੈ ਕਿ ਲੋਕ ਇਹਨਾਂ ਦੇ ਸਵਾਲ ਕਰਨ। ਇਸ਼ੂ ਨੇ ਸਾਡੇ ਬਹੁਤ ਵੱਡੇ। ਸਭ ਤੋਂ ਵੱਡਾ ਇਸ਼ੂ ਸਾਡਾ ਇਹ ਹੈ ਕਿ ਹੁਣ ਇਹਨਾਂ ਨੇ ਸੱਤਾ 'ਚ ਆਉਣਾ ਹੈ। ਸਾਡਾ ਸੰਯੁਕਤ ਸਮਾਜ ਮੋਰਚੇ ਨੇ ਵੀ ਆਉਣਾ ਹੈ, ਸਾਡੇ ਕੋਲੇ ਆਪ ਵਾਲਿਆਂ ਨੇ ਵੀ ਆਉਣਾ ਹੈ, ਸਾਡੇ ਕੋਲੇ ਅਕਾਲੀ ਦਲ, ਕਾਂਗਰਸ, ਬੀਜੇਪੀ, ਸਾਰੀ ਪਾਰਟੀ ਨਾਲ ਸਾਰਾ ਲੱਕੜ ਟੁਕੜ ਜਿੰਨਾ ਇਕੱਠਾ ਹੋਇਆ ਬਰਦਾ ਸਾਰਿਆਂ ਨੇ ਹੁਣ ਮਤਲਬ ਲੋਕਾਂ 'ਚ ਨਿਕਲਣਾ ਹੈ। ਸਾਡੀ ਇੱਥੇ ਇਹ ਹੋਣਾ ਚਾਹੀਦਾ ਹੈ ਕਿ ਸਾਨੂੰ ਇਹ ਜਿਹੜੇ ਕਾਨੂੰਨ ਆਏ ਨੇ ਇਹਦਾ ਮੋਢਾ ਗੈਟ 1994 ਦਾ ਹੋਇਆ ਫੈਸਲਾ। ਸਾਨੂੰ ਜੇ MSP ਨਹੀਂ ਮਿਲ ਰਹੀ ਤਾਂ ਗੈਟ ਸਾਨੂੰ MSP ਨਹੀਂ ਲੈਣ ਦੇ ਰਿਹਾ। ਉਹਦੇ ਤੇ ਅਸੀਂ ਲੜਾਈ ਦੇਣ ਦੀ ਅਗਲੀ ਤਿਆਰੀ ਕਰ ਰਹੇ ਹਾਂ। ਹੁਣ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਲੋਕ ਇਹ ਸਵਾਲ ਕਰਨ, ਇਹ ਲੋਕਾਂ ਦਾ ਮੁੱਦਾ ਬਣੇ ਕਿ ਭਾਈ ਦੱਸੋ ਭਾਰਤ ਗੈਟ ਚੋਂ ਬਾਹਰ ਤੁਹਾਡੇ ਚੋਂ ਕਿਹੜੀ ਪੋਲੀਟੀਕਲ ਪਾਰਟੀ ਕੱਢਦੀ ਹੈ ਭਾਰਤ ਨੂੰ ਬਾਹਰ? ਇੱਕ ਗੱਲ। ਨੰਬਰ 2, ਕੀ ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋ ਸਾਨੂੰ MSP ਦੀ ਗਰੰਟੀ ਦਿੰਦੇ ਹੋ? ਨੰਬਰ 3, ਕੀ ਤੁਸੀਂ ਸਾਨੂੰ ਪੰਜਾਬ 'ਚ ਬੈਠੇ ਅਗਰ ਸਾਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਭਾਰਤ ਸਰਕਾਰ ਨਹੀਂ ਲਾਗੂ ਕਰਦੀ, ਜਿੰਨਾ MSP ਭਾਰਤ ਸਰਕਾਰ ਅਨਾਉਂਸ ਕਰਦੀ ਹੈ ਉਸ ਤੋਂ ਰਹਿੰਦਾ ਬਾਕੀ ਦੀ ਜਿਹੜੀ ਘਾਟਾ ਹੈ ਸਾਡਾ ਉਹ ਤੁਸੀਂ ਪੂਰਾ ਕਰਦੇ ਹੋ? ਪੰਜਾਬ ਗਵਰਨਮੈਂਟ ਕਰਦੀ ਹੈ? ਕਿਹੜੀ ਪਾਰਟੀ ਕਰਦੀ ਹੈ? ਲੱਗੋ ਨੇੜੇ ਮੈਦਾਨ 'ਚ। ਇਹ ਕਿਸਾਨਾਂ ਦੇ ਮੁੱਦੇ ਨੇ। ਅਗਲੀ ਗੱਲ, ਕਿਸਾਨਾਂ ਸਿਰ ਕਰਜ਼ਾ ਹੈ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਸਾਨਾਂ ਦੇ ਕਰਜ਼ੇ ਦੀ ਮਤਲਬ ਐਤਕੀ ਮਤਲਬ ਮੂੰਹ ਫੇਰਿਆ ਹੋਇਆ, ਚੁੱਪ ਬੈਠੇ ਨੇ, ਕਰਜ਼ੇ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਤਾਂ ਇਹ ਇਸ਼ੂ ਆ ਲੋਕਾਂ ਦਾ। ਇਹ ਲੋਕਾਂ ਨੂੰ ਚਾਹੀਦਾ ਹੈ ਕਿ ਹੁਣ ਮਤਲਬ ਤਕੜੇ ਹੋ ਕੇ ਇਹਨਾਂ ਇਸ਼ੂਆਂ ਦੇ ਉੱਤੇ ਘੇਰਨੇ, ਇਹਨਾਂ ਨੂੰ ਸਵਾਲ ਕਰਨੇ ਇਹਨਾਂ ਦੇ ਉੱਤੇ, ਤਾਂ ਕਿ ਇਹਨਾਂ ਦੇ ਮੂੰਹ 'ਚ ਗੱਲ ਪਵੇ, ਇਹਨਾਂ ਦੀ ਮਜਬੂਰੀ ਬਣੇ ਕਿ ਇਹਨਾਂ ਇਸ਼ੂਆਂ ਨੂੰ ਮਤਲਬ ਆਪਦੇ ਚੋਣ ਮੈਨੀਫੈਸਟੋ 'ਚ ਲੈ ਕੇ ਆਉਣ। ਨਹੀਂ SSM ਤਾਂ ਕਹਿ ਰਿਹਾ ਕਿ ਜੋ ਮੁੱਦੇ ਨੇ, ਕੁਝ ਮੁੱਦੇ ਤਾਂ ਜਾ ਕੇ ਵਾਇਆ ਵੋਟ ਰਾਹੀਂ ਹੱਲ ਹੋਣਗੇ। ਤੁਸੀਂ ਸਹਿਮਤ ਹੋ ਵੀ ਵਾਇਆ ਵੋਟ ਰਾਹੀਂ ਵੀ ਮੁੱਦੇ ਹੱਲ ਹੋਣਗੇ? ਜਿੱਥੋਂ ਕਾਨੂੰਨ ਆਏ ਸੀ, ਕਾਨੂੰਨ ਵੀ ਤਾਂ ਪਾਰਲੀਮੈਂਟ 'ਚ ਆਏ ਸੀ, ਕਹਿੰਦੇ ਉੱਥੇ ਜਾ ਕੇ ਜੋ ਆਪਾਂ ਹੀ ਉੱਥੇ ਜਾ ਕੇ ਬੈਠ ਜਾਈਏ ਉਸ ਸਿਸਟਮ ਦੇ ਵਿੱਚ ਤਾਂ ਸ਼ਾਇਦ ਕਾਨੂੰਨ ਇਹੋ ਜਿਹਾ ਨਾ ਆਉਣ। ਨਹੀਂ ਮੈਂ ਇਹਨਾਂ ਦਾ ਜਿਹੜੀ ਇਹ ਗੱਲ ਉਹ ਕਰਦੇ ਨੇ, ਮੈਂ ਫਿਰ ਉਹ ਬੇਨਤੀ ਕਰਦਾ ਕਿ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਜੋ ਲੋਕਾਂ ਦਾ ਸੜਕ ਤੇ ਬੈਠਣ ਵਾਲਿਆਂ ਦਾ ਅੰਦੋਲਨਕਾਰੀ ਆਪਦੇ ਅੰਦੋਲਨ ਦੇ ਉੱਤੇ ਟੇਕ ਰੱਖ ਕੇ ਜੋ ਮਸਲਿਆਂ ਦਾ ਹੱਲ ਕਰ ਸਕਦੇ ਆ ਉਹ ਉਵੇਂ ਨਹੀਂ ਕਰ ਸਕਦੇ। ਹੁਣ ਨੋਟ ਕਰਿਓ ਗੱਲ, ਕੈਪਟਨ ਅਮਰਿੰਦਰ ਸਿੰਘ ਸਾਨੂੰ ਕਹਿ ਗਿਆ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਕਹਿਦਾ ਵੀ ਤੁਹਾਡਾ ਕਰਜ਼ਾ ਅਸੀਂ ਦੇਵਾਂਗੇ, ਚਾਹੇ ਤੁਹਾਡਾ ਬੈਂਕਾਂ ਦਾ, ਚਾਹੇ ਤੁਹਾਡਾ ਸੁਸਾਇਟੀਆਂ ਦਾ, ਚਾਹੇ ਤੁਹਾਡਾ ਆੜਤੀਆਂ ਦਾ, ਉਹ ਅਸੀਂ ਦੇਵਾਂਗੇ। ਨਹੀਂ ਨਾ ਦਿੱਤਾ, ਕਰਜ਼ਾ ਨਹੀਂ ਮਤਲਬ ਮਾਫ ਨਹੀਂ ਕੀਤਾ। ਅਗਰ ਅਸੀਂ ਸਾਰੇ ਜਾਣੇ ਤਕੜੇ ਹੋ ਗਏ ਨਾ ਕਾਨੂੰਨਾਂ ਦੀ ਤਰ੍ਹਾਂ, ਉੱਥੋਂ ਤਾਂ ਅਨਾਉਂਸਮੈਂਟ ਸਾਡੇ ਵੀਰਾਂ ਨੇ ਕੀਤੀ ਕੁਛ ਨਹੀਂ ਕਿ ਜੀ ਚਲੋ ਆਪਾਂ ਚੱਲ ਕੇ ਮਤਲਬ ਉੱਥੇ ਕੈਪਟਨ ਘੇਰਨਾ ਹੈ। ਅਤੇ ਆਪਣੇ ਜਦੋਂ ਇੱਥੇ ਪੰਜਾਬ ਸਰਕਾਰ ਨੂੰ ਚੰਨੀ ਨੂੰ ਘੇਰਨ ਦੀ ਗੱਲ ਆਈ ਤਾਂ ਇਕੱਲੇ ਸਾਡੇ ਵਰਗੇ ਹੀ ਇਸ ਗੱਲ ਦੇ ਉੱਤੇ ਰੌਲਾ ਪਾ ਰਹੇ ਸੀਗੇ ਵੀ ਤੁਸੀਂ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਕਿ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ਾ ਰੱਦ ਕਰਾਂਗੇ, ਵਾਪਸ ਲਵਾਂਗੇ, ਮਾਫ ਕਰਾਂਗੇ, ਉਹ ਕਰੋ। ਹੁਣ ਤੁਸੀਂ ਮਤਲਬ ਸ਼ਰਤਾਂ ਰੱਖਣ ਦਾ ਕੀ ਕੰਮ? ਤੇ ਸਾਡੇ ਬਹੁਤ ਸਾਰੇ ਵੀਰ ਮਤਲਬ ਜਿਹੜੇ ਸਾਡੀਆਂ ਦੂਸਰੀਆਂ ਜਥੇਬੰਦੀਆਂ ਉਹ ਇੱਧਰਲੇ ਪਾਸੇ ਨੂੰ ਹੋ ਤੁਰੀਆਂ ਸੀ ਕਿ ਜੀ ਚਲੋ ਜੋ ਦਿੰਦੇ ਆ ਦਿਓ। ਹੁਣ ਜੋ ਦਿੰਦੇ ਦਾ ਕੀ ਮਤਲਬ ਹੈ? ਜੇਕਰ ਅਸੀਂ ਜਥੇਬੰਦੀਆਂ ਵਾਲੀ ਗੱਲ ਕਰਦੇ ਤਾਂ ਸਾਡਾ ਫਰਜ਼ ਇਹ ਬਣਦਾ ਜੀ ਵੀ ਜਾਂ ਤਾਂ ਦਿਓ ਤੇ ਨਹੀਂ ਫਿਰ ਅਸੀਂ ਮਤਲਬ ਬੈਠੇ ਆ ਤੜਕੇ ਤੋਂ। ਅਸੀਂ ਇੱਥੇ ਮਤਲਬ ਉੱਥੇ ਇਹ ਫੈਸਲਾ ਗਲਤ ਹੋ ਗਿਆ, ਅੰਦੋਲਨ ਚੁੱਕਿਆ ਗਿਆ ਜਲਦੀ, ਇਹ ਫੈਸਲਾ ਗਲਤ ਸੀ। ਹਾਂ ਮੈਂ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਫੈਸਲਾ ਮਤਲਬ ਜਲਦਬਾਜ਼ੀ 'ਚ ਹੋਇਆ। ਇਹ ਨਹੀਂ ਸੀ ਹਜੇ ਮਤਲਬ ਮੋਰਚਾ ਚੱਕਣਾ ਚਾਹੀਦਾ। ਸਾਨੂੰ MSP ਦੀ ਗਰੰਟੀ ਵੀ ਮਿਲ ਸਕਦੀ ਸੀ, ਸਾਨੂੰ ਉੱਥੋਂ ਮਤਲਬ ਕਿ ਸਾਡੇ ਕਿਸਾਨਾਂ ਦੇ ਪਰਚੇ ਵੀ ਰੱਦ ਹੋ ਸਕਦੇ ਸੀ, ਔਰ ਲਖੀਮਪੁਰ ਵਾਲਾ ਖਾਸ ਕਰਕੇ ਜਿਹੜਾ ਮੈਟਰ ਹੈ ਹੱਲ ਹੋ ਸਕਦਾ ਸੀ, ਉਹ ਹੱਲ ਹੋ ਸਕਦਾ ਸੀ। SSM ਚਲੋ ਠੀਕ ਹੈ, ਵਾਪਸ ਆ ਗਏ ਤੁਸੀਂ ਕਹਿੰਦੇ ਵੀ ਜਲਦ ਪੁਣੇ ਵਿੱਚ ਅੰਦੋਲਨ ਚੁੱਕਿਆ ਗਿਆ, ਵਾਪਸ ਆ ਕੇ ਕਿ SSM ਬਣਾ ਲੈਣਾ, ਸਿੰਧ ਕਿਸਾਨ ਮੋਰਚਾ ਬਣਾ ਲੈਣਾ, ਇਹ ਗਲਤ ਸੀ? ਹਾਂ ਅਸੀਂ ਸਾਡੀ ਸਮਝ ਮੁਤਾਬਕ ਇਹ ਠੀਕ ਨਹੀਂ ਗਾ, ਉਹਨਾਂ ਮੀਰਾਂ ਦੀ ਸਮਝ ਮੁਤਾਬਕ ਇਹ ਠੀਕ ਹੋ ਸਕਦਾ। ਅਸੀਂ ਸਮਝਦੇ ਹਾਂ ਕਿ ਜੇ ਇਹ ਨਾ ਬਣਦਾ ਤਾਂ ਸਾਡੇ ਦੇ ਉੱਤੇ ਸਾਡੇ 'ਤੇ ਜਿਸ ਤਰ੍ਹਾਂ BJP ਅੱਜ ਹਮਲਾਵਰ ਹੋਈ ਹੈ, ਜਿਸ ਤਰੀਕੇ ਨਾਲ ਸਾਨੂੰ ਸਵਾਲਾਂ ਦੇ ਘੇਰੇ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਨਹੀਂ ਸੀ ਲੈ ਸਕਦੀ। ਸਾਨੂੰ ਵੀ ਆਹ ਸਟੈਪ ਨਾ ਚੱਕਣਾ ਪੈਂਦਾ ਕਿ ਆਪਦੀ SKM ਨੂੰ ਦੀ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਹੀ ਸਾਨੂੰ ਇਹ ਜਥੇਬੰਦੀਆਂ ਨੂੰ ਇਹ ਕਹਿਣਾ ਪੈਣਾ ਵੀ ਇਹ ਜਥੇਬੰਦੀਆਂ ਸਾਡਾ ਹਿੱਸਾ ਨਹੀਂ, ਇਹ 'ਚ ਬਾਹਰ ਹੈ। ਤਾਂ ਇਹ ਹੋਣਾ ਹੀ ਨਹੀਂ ਸੀ, ਘਟਨਾ ਹੀ ਨਹੀਂ ਸੀ ਆਪਣੀ ਜੇ ਗੱਲ ਨਾ ਹੁੰਦੀ ਤਾਂ।
ਤੇ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਜਗਜੀਤ ਸਿੰਘ ਡੱਲੇਵਾਲ। ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ ਅੰਦੋਲਨ ਦੀ ਜਦੋਂ ਵੀ ਚਰਚਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ 380 ਦਿਨ 750 ਜੋ ਕਿਸਾਨ ਸ਼ਹੀਦ ਹੁੰਦਾ ਹੈ ਉਹ ਚੀਜ਼ ਸਾਹਮਣੇ ਆ ਜਾਂਦੀ ਹੈ। ਮੋਰਚਾ ਚੱਕਿਆ ਜਾਂਦਾ ਹੈ। ਡੱਲੇਵਾਲ ਸਾਹਿਬ ਕਹਿੰਦੇ ਨੇ ਜੇ ਮੋਰਚਾ ਹੋਰ ਕੁਝ ਦਿਨ ਬੈਠਾ ਰਹਿੰਦਾ ਕੋਈ ਸਮਾਂ, ਬਾਕੀ ਜੋ ਮੰਗਾਂ ਸੀ ਉਹ ਵੀ ਮਨਾ ਕੇ ਹੀ ਉੱਠਣਾ ਸੀ। ਦੁਬਾਰਾ ਮੋਰਚਾ ਲਗਾਉਣ ਦੀ ਗੱਲ ਕਰਦੇ ਨੇ। ਜੋ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਹੋਈ ਸੀ ਉਸ ਦਾ ਇਨਸਾਫ ਨਹੀਂ ਮਿਲਿਆ। 22 ਜਥੇਬੰਦੀਆਂ ਅਲੱਗ ਹੋ ਗਈਆਂ ਨੇ। ਕੀ ਕੱਲ ਨੂੰ ਐਸਕੇਐਮ ਵਾਪਸ ਲੈ ਲਊਗਾ? ਜੇ ਐਸਕੇਐਮ ਵਾਪਸ ਲਊਗਾ ਫਿਰ ਬੀਜੇਪੀ ਸਵਾਲ ਕਰੂਗੀ ਜੇ ਬਾਕੀ ਪਾਰਟੀਆਂ ਨੇ ਵੀ ਇਹਨਾਂ ਨੇ ਉਸ ਵਿਅਕਤੀ ਨੂੰ ਵਾਪਸ ਲਿਆ ਜਿਨ੍ਹਾਂ ਨੇ ਤਜਰਬਾ ਕਰਕੇ ਦੇਖ ਲਿਆ, ਸਿਆਸਤ 'ਚ ਕੁਝ ਮਿਲਿਆ ਨਹੀਂ, ਉਹ ਵਾਪਸ ਐਸਕੇਐਮ ਦੇ ਵਿੱਚ ਆ ਗਏ ਨੇ। ਅੰਦੋਲਨ ਵੱਡਾ ਸੀ, ਜਿੱਤ ਹਾਸਲ ਹੋਈ, ਪੂਰੀ ਦੁਨੀਆ ਦੇ ਵਿੱਚ ਅੰਦੋਲਨ ਗਿਆ ਸੀ, ਪਰ ਕੁਝ ਲੋਕ ਇਹ ਮੰਨਦੇ ਨੇ ਕਿ ਫੈਸਲਾ ਗਲਤ ਹੈ, ਐਸਐਸਐਮ ਨਹੀਂ ਬਣਾਉਣੀ ਚਾਹੀਦੀ। ਪਰ ਕੁਝ ਲੋਕ ਇਹ ਕਹਿੰਦੇ ਨੇ ਐਸਐਸਐਮ ਨੇ ਠੀਕ ਕੀਤਾ ਬਣਾ ਕੇ, ਉਹਨਾਂ ਨੂੰ ਸਿਸਟਮ ਵਿੱਚ ਜਾਣਾ ਚਾਹੀਦਾ। ਡੱਲੇਵਾਲ ਸਾਹਿਬ ਕਹਿੰਦੇ ਨੇ ਸਿਸਟਮ ਵਿੱਚ ਨਹੀਂ, ਸੜਕਾਂ 'ਤੇ ਬੈਠ ਕੇ ਮਸਲੇ ਹੱਲ ਹੋਣਗੇ, ਕਿਉਂਕਿ ਅੰਦੋਲਨ ਵੀ ਸੜਕਾਂ 'ਤੇ ਬੈਠ ਕੇ ਜਿੱਤਿਆ ਸੀ। ਸਭ ਦੀ ਅਲੱਗ-ਅਲੱਗ ਰਾਏ ਹੈ, ਸਭ ਦਾ ਅਲੱਗ-ਅਲੱਗ ਪ੍ਰਚਾਰ ਹੈ, ਤੇ ਤੁਹਾਨੂੰ ਬਾਕੀ ਹਲਕਿਆਂ ਵਿੱਚ ਲੈ ਕੇ ਜਾਵਾਂਗੇ ਤੇ ਦਿਖਾਵਾਂਗੇ ਕੀ ਉਮੀਦਵਾਰ ਕਹਿੰਦੇ ਨੇ ਔਰ ਕੀ ਲੋਕ ਬਾਕੀ ਹਲਕਿਆਂ ਦੇ ਵਿੱਚ ਸੋਚਦੇ ਨੇ।